ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਵਿੱਚ ਸਵਾਗਤ ਹੈ ਜੀ। ਲਓ ਜੀ, ਇੱਕ ਵਾਰ ਫਿਰ ਚਰਚਾ 'ਚ ਕੇਂਦਰ ਸਰਕਾਰ, ਕਿਉਂਕਿ ਉਸਨੇ ਫਿਰ ਆਪਣੀ ਕੈਬਨਿਟ 'ਚ ਬੈਠ ਕੇ ਫੈਸਲਾ ਲਿਆ ਤੇ ਕਹਿ ਦਿੱਤਾ ਕਿਸਾਨਾਂ ਨੂੰ ਬੇਸ਼ੱਕ ਕਿ ਪੁਰਾਣੀ ਤਜਵੀਜ਼ ਚੱਲੀ ਆ ਰਹੀ ਸੀ ਜਿਸ ਨੂੰ ਪਹਿਲਾਂ ਹੀ ਜਨਤਕ ਕਰ ਦਿੱਤਾ ਗਿਆ ਸੀ ਤੇ ਹੁਣ ਫੈਸਲਾ ਇੱਕ ਤਰ੍ਹਾਂ ਨਾਲ ਸੁਣਾ ਦਿੱਤਾ ਗਿਆ, ਨੋਟੀਫਿਕੇਸ਼ਨ ਜਾਰੀ ਕਰਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ ਕਿ ਕਿਸਾਨ ਆਪਣੀ ਫਸਲ ਦਾ ਮੁੱਲ ਆਪ ਤੈਅ ਕਰੇ ਤੇ ਖੁੱਲੀਆਂ ਮੰਡੀਆਂ 'ਚ ਜਿੱਥੇ ਮਰਜ਼ੀ ਜਾ ਕੇ ਵੇਚੇ। ਇਸ ਕਵਾਇਦ ਵਿੱਚ ਕਿਸਾਨ ਨੂੰ ਕਿੰਨਾ ਕੁ ਫਾਇਦਾ ਹੋਣ ਦੀ ਆਸ ਹੈ ਤੇ ਕਿੰਨਾ ਕੁ ਇਹਦੀ ਆੜ 'ਚ ਨੁਕਸਾਨ ਵੀ ਹੋ ਸਕਦਾ ਹੈ। ਕਿਤੇ ਇਹ ਨਾ ਹੋਵੇ ਕਿ ਉਹਨਾਂ ਦੇ ਖੇਤਾਂ ਦੇ ਉੱਤੇ ਵੱਡੇ ਘਰਾਣਿਆਂ ਦਾ ਹੀ ਕਬਜ਼ਾ ਹੋ ਕੇ ਰਹਿ ਜਾਵੇ। ਇਹ ਸਾਰੇ ਮਸਲਿਆਂ 'ਤੇ ਜਿੱਥੇ ਚਰਚਾ ਕਰਨੀ ਬਣਦੀ ਹੈ ਉੱਥੇ ਚਰਚਾ ਪੰਜਾਬ ਦੀ ਰੋਡਵੇਜ਼ ਦੀ ਬਹੁਤ ਹੋ ਰਹੀ ਹੈ, ਉੱਥੇ ਪ੍ਰਾਈਵੇਟ ਬੱਸਾਂ ਦੀ ਬਹੁਤ ਹੋ ਰਹੀ ਹੈ। ਕਹਿੰਦੇ ਔਰਬਿਟ ਫਿਰ ਸੜਕਾਂ 'ਤੇ ਆਉਣ ਲੱਗੀਆਂ, ਚੰਡੀਗੜ੍ਹ ਵੀ ਦਾਖਲ ਹੋਣ ਨੂੰ ਕਾਹਲੀਆਂ ਸੀ, ਉਹ ਮਾਮਲਾ ਵੀ ਚਰਚਾ 'ਚ ਰਿਹਾ। ਪਰ ਪੰਜਾਬ ਰੋਡਵੇਜ਼ ਨੂੰ ਇਹਨਾਂ ਦੌਰ ਦੇ ਵਿੱਚ ਜਿੰਨਾ ਘਾਟਾ ਪਿਆ ਕਿ ਉਹ ਘਾਟਾ ਪੂਰਾ ਕਰਨ ਦੀ ਵੀ ਕੋਈ ਕਵਾਇਦ ਮਿਥੀ ਜਾ ਰਹੀ, ਉਹਦੇ ਲਈ ਵੀ ਕੋਈ ਰਣਨੀਤੀ ਬਣ ਰਹੀ ਹੈ। ਜਦੋਂ ਕਿ ਕੇਂਦਰ ਨੇ ਜਿਹੜਾ ਪੈਟਰੋਲ ਤੇ ਡੀਜ਼ਲ ਸਸਤੇ ਹੋਣੇ ਸੀ ਉਹਦੇ ਪਰ ਆਪਣੇ ਸੈਸ ਲਾ ਕੇ ਆਪਣੀ ਹੀ ਕਬਜ਼ੇ 'ਚ ਰੱਖ ਲਿਆ ਕਿ ਅਸੀਂ ਟੈਕਸ ਕਮਾ ਲਈਏ, ਲੋਕਾਂ ਨੂੰ ਰਾਹਤ ਨਹੀਂ ਮਿਲੀ। ਉਲਟਾ ਸੂਬਿਆਂ ਨੇ ਜਿਨ੍ਹਾਂ 'ਚ ਪੰਜਾਬ ਵੀ ਸ਼ਾਮਲ ਆ ਉਹਨੇ ਪੈਟਰੋਲ ਤੇ ਡੀਜ਼ਲ ਫਿਰ ਮਹਿੰਗਾ ਕਰ ਦਿੱਤਾ। ਇਸ ਢੰਗ ਨਾਲ ਕੀ ਕਿਰਾਏ ਵਧਣਗੇ, ਉਹਦਾ ਨੁਕਸਾਨ ਕਿਹਨੂੰ ਹੋਏਗਾ? ਕਿਉਂਕਿ ਗੱਡੀ ਪਟੜੀ ਤੇ ਆਉਣ ਲੱਗੀ ਆ, ਪਰ ਉਹ ਗੱਡੀ ਹੈ ਜਿਨ੍ਹਾਂ ਕੋਲ ਆਪਣੀ ਗੱਡੀ ਹੈ ਤੇ ਬੱਸਾਂ ਵਿੱਚ ਚੜ੍ਹਨ ਲਈ ਅਜੇ ਸਵਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਅਜੇ ਸਵਾਰੀਆਂ ਪੂਰੀਆਂ ਨਹੀਂ ਮਿਲਦੀਆਂ, ਡਰ ਕਾਰਨ ਆ ਨਹੀਂ ਰਹੇ, ਜਿਹੜੇ ਆ ਰਹੇ ਨੇ ਉਹਨਾਂ ਨੂੰ ਸਮੇਂ ਸਿਰ ਬੱਸ ਨਹੀਂ ਮਿਲ ਰਹੀ। ਸੋ ਕੀ ਇਹ ਬੱਸਾਂ ਦਾ ਖੇਲ ਰਾਜਨੀਤਿਕ ਖੇਲ ਬਣ ਕੇ ਰਹਿ ਰਿਹਾ? ਤੇ ਇਸ ਦੌਰਾਨ ਪ੍ਰਾਈਵੇਟ ਸਕੂਲਾਂ ਦੀਆਂ ਨੀਤੀਆਂ ਦੇ ਖਿਲਾਫ, ਪ੍ਰਾਈਵੇਟ ਸਕੂਲਾਂ ਨੂੰ ਮਿਲ ਰਹੀਆਂ ਛੂਟ ਦੇ ਖਿਲਾਫ, ਜਿਵੇਂ ਓਪੀ ਸੋਨੀ ਦਾ ਘਰ ਘੇਰਨ ਲਈ ਆਮ ਆਦਮੀ ਪਾਰਟੀ ਪਹੁੰਚਦੀ ਆ, ਇਹ ਸਾਰੇ ਮਸਲੇ ਵਿਚਾਰਨੇ ਬਣਦੇ ਨੇ। ਇਹਨਾਂ ਸਾਰੇ ਮਸਲਿਆਂ 'ਤੇ ਚਰਚਾ ਬਣਦੀ ਆ। ਸੋ ਚਰਚਾ ਕਰਨ ਲਈ ਮਾਹਰ ਮਹਿਮਾਨ ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ ਜੀ ਸਾਡੇ ਨਾਲ ਨੇ। ਛਿੱਬਰ ਭਾਜੀ, ਸਵਾਗਤ ਹੈ ਤੁਹਾਡਾ। ਭਾਜੀ, ਗੱਲ ਦਿੱਲੀ ਤੋਂ ਹੀ ਸ਼ੁਰੂ ਕਰਦੇ ਹਾਂ। ਕਿਸਾਨਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਚੱਲ ਰਿਹਾ, ਚਾਹੇ ਉਹ ਬੀਜ ਘੁਟਾਲੇ ਦੀ ਚਿੰਤਾ ਚੱਲ ਰਹੀ ਹੈ, ਚਾਹੇ ਉਹਨਾਂ ਨੂੰ ਸਹੀ ਜਿਨਸਾਂ ਦੇ ਭਾਅ ਨਾ ਮਿਲਣ ਕਾਰਨ ਮਾਮਲਾ ਚੱਲਦਾ ਹੈ। ਵਿੱਚੇ ਕਰਜ਼ਿਆਂ ਵਾਲੀ ਕਵਾਇਦ ਪੁਰਾਣੀ ਟੁੱਟੀ ਨਹੀਂ ਸੀ, ਕੇਂਦਰ ਨਵੇਂ ਪੈਕੇਜ ਰਾਹੀਂ ਕਹਿੰਦਾ ਕਿ ਲਓ ਕਰਜ਼ੇ ਹੋਰ ਲੈ ਲਓ। ਪਰ ਇਸ ਦੌਰਾਨ ਜਿਹੜਾ ਹੁਣ ਇਹ ਕੱਲ੍ਹ ਫੈਸਲਾ ਲੈ ਕੇ ਆਈ ਕੇਂਦਰ ਮੋਦੀ ਦੀ ਕੈਬਨਿਟ ਕਿ ਹੁਣ ਤੁਸੀਂ ਆਪਣੀ ਫਸਲ ਦਾ ਭਾਅ ਵੀ ਆਪ ਤੈਅ ਕਰੋ ਤੇ ਖੁੱਲ੍ਹੇ ਬਾਜ਼ਾਰ 'ਚ ਜਿੰਨਾ ਚਾਹੋ ਵੇਚੋ। ਅਸਲ 'ਚ ਜਦੋਂ ਕਣਕ ਝੋਨੇ ਦੀ ਗੱਲ ਆਈ ਸੀ ਤਦ ਵੀ ਗੱਲ ਦੱਸੀ ਗਈ ਸੀ ਕਿ ਹੁਣ ਸਰਕਾਰ ਤੈਅ ਸਥਾਨ ਤੱਕ ਕੇ ਖਰੀਦੇਗੀ, ਤੈਅ ਵਜਨ ਤੱਕ ਕੇ ਖਰੀਦੇਗੀ, ਇੰਨੇ ਹੀ ਅਸੀਂ ਖਰੀਦਣਾ। ਉਹ ਤੋਂ ਬਾਅਦ ਕਹਿੰਦੇ ਖੁੱਲ੍ਹੀ ਮੰਡੀ 'ਚ ਵੇਚੋ ਤੇ ਹੁਣ ਭਾਅ ਵੀ ਕਹਿੰਦੇ ਆਪਣੀ ਮਰਜ਼ੀ ਦੀ। ਕੀ ਇਹਦਾ ਤੁਹਾਨੂੰ ਲੱਗਦਾ ਕਿਸਾਨ ਨੂੰ ਫਾਇਦਾ ਹੋਏਗਾ ਜਾਂ ਇਹ ਕੋਈ ਹੋਰ ਵੱਡੇ ਵਪਾਰੀਆਂ ਨੂੰ ਫਾਇਦਾ ਦੇਣ ਦੀ ਰਣਨੀਤੀ ਹੈ? ਦੀਪਕ ਜੀ, ਜਦੋਂ ਦਾ ਦੇਸ਼ ਆਜ਼ਾਦ ਹੋਇਆ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਜਿਹੜੀਆਂ ਦੋ ਵਰਗ ਆ, ਇੱਕ ਕਿਸਾਨ, ਇੱਕ ਗਰੀਬ ਜਾਂ ਦਲਿਤ ਕਹਿ ਲਓ ਜੀ, ਇਹ ਦੋਵਾਂ ਵਰਗਾਂ ਨੂੰ ਵਰਗਲਾ ਕੇ ਜਾਂ ਇਹਨਾਂ ਦੇ ਮੁੱਦਿਆਂ ਨੂੰ ਲੈ ਕੇ ਜਾਂ ਇਹਨਾਂ ਦੀਆਂ ਮੰਗਾਂ ਨੂੰ ਲੈ ਕੇ ਰਾਜਨੀਤੀ ਕਰਦੀਆਂ ਰਹੀਆਂ, ਜਾਂ ਇਹਨਾਂ ਦੀਆਂ ਭਾਵਨਾਵਾਂ ਨਾਲ ਖੇਡਦੀਆਂ ਰਹੀਆਂ, ਰਾਜਨੀਤੀ ਕਰਦੀਆਂ ਰਹੀਆਂ, ਸੱਤਾ ਤੇ ਕਾਬਜ ਹੁੰਦੀਆਂ ਰਹੀਆਂ। ਬਿਲਕੁਲ। ਪਰ ਜੇ ਆਪਾਂ ਤਰਾਸਦੀ ਦੇਖੀਏ ਆਜ਼ਾਦੀ ਤੋਂ ਬਾਅਦ, ਇਹ ਜਿਹੜੇ ਦੋਵੇਂ ਵਰਗ ਆ, ਜੋ ਇਹਨਾਂ ਦਾ ਵਿਕਾਸ ਹੋਣਾ ਚਾਹੀਦਾ, ਤਾਂ ਉਥਾਨ ਹੋਣਾ ਚਾਹੀਦਾ, ਤਾਂ ਤਰੱਕੀ ਹੋਣੀ ਚਾਹੀਦੀ, ਉਹ ਹੋਈ ਨਹੀਂ। ਮਤਲਬ ਰਾਜਨੀਤਿਕ ਪਾਰਟੀਆਂ ਨੇ ਇਹਨਾਂ ਨਾਲ ਖੇਡਿਆ। ਹਾਂ, ਬਸ ਯੂਜ਼ ਕੀਤਾ ਇਹਨਾਂ ਨੇ। ਹੁਣ ਤੁਸੀਂ ਦੇਖੋ, ਉਹ ਪਾਰਟੀ ਜਿਹੜੀ 2014 ਦੀਆਂ ਵੋਟਾਂ ਦੇ ਦੌਰਾਨ ਇਹ ਗੱਲ ਕਹਿੰਦੀ ਸੀਗੀ ਕਿ ਜਦੋਂ ਸਾਡੀ ਸਰਕਾਰ ਆ ਗਈ, ਪਹਿਲੀ ਜਿਹੜੀ ਕੈਬਨਿਟ ਹੋਵੇਗੀ ਉਹਦੇ ਵਿੱਚ ਅਸੀਂ ਸਵਾਮੀਨਾਥਨ ਦੀ ਰਿਪੋਰਟ ਪਰ ਮੋਹਰ ਲਾ ਦਾਂਗੇ। ਬਿਲਕੁਲ ਬਿਲਕੁਲ। ਇਹ ਸਾਰੇ ਦੇਸ਼ ਦੇ ਕਿਸਾਨਾਂ ਨੇ, ਕਿਉਂਕਿ ਉਹ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਸਰਕਾਰਾਂ ਨੂੰ ਦੇਖਦੇ ਆ ਰਹੇ ਤੇ ਉਹਨਾਂ ਨੂੰ ਇਹ ਲੱਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣ ਰਹੇ ਨੇ, ਕਿਉਂਕਿ ਉਹਨਾਂ ਨੇ ਗੁਜਰਾਤ ਦੇ ਵਿੱਚੋਂ ਹਰ ਪਾਸੇ ਨੂੰ ਗੁਜਰਾਤ ਦੇ ਮਾਡਲ ਦੀ ਗੱਲ ਕਰਦੇ ਸੀ ਤੇ ਲੋਕਾਂ ਨੂੰ ਜਾਂ ਕਿਸਾਨਾਂ ਨੂੰ ਇਹ ਲੱਗਿਆ ਕਿ ਹੋ ਸਕਦਾ ਹੈ ਕਿ ਲੰਬੇ ਸਮੇਂ ਤੋਂ ਜਿਹੜੇ ਕਿਸਾਨ ਆ ਉਹ ਤਰਾਸਦੀ ਦਾ ਜਿਹੜਾ ਦੌਰ ਦੇ ਵਿੱਚ ਗੁਜ਼ਰ ਰਹੇ ਸਨ, ਜਾਂ ਜਿਹੜੀਆਂ ਉਹਨਾਂ ਦੀਆਂ ਮੰਗਾਂ ਅਣਗੌਲੀਆਂ ਕੀਤੀਆਂ ਜਾ ਰਹੀਆਂ ਤੇ ਵੀ ਪ੍ਰਧਾਨ ਮੰਤਰੀ ਹੋ ਸਕਦਾ ਵੀ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰ ਦੇਵੇ। ਪਰ ਤੁਸੀਂ ਅੱਜ ਦੇਖੋ 2014 ਤੋਂ ਬਾਅਦ ਅੱਜ 2020 ਹੋ ਗਿਆ ਜੀ, 6 ਸਾਲ ਹੋ ਗਏ। ਪਹਿਲੀ ਸਰਕਾਰ ਦੇ ਵਿੱਚ ਸਰਕਾਰ ਨੇ ਕੁਝ ਨਹੀਂ ਕੀਤਾ, ਉਲਟਾ ਇਹ ਕਹਿਣ ਲੱਗ ਗਏ 2019 ਦੀਆਂ ਚੋਣਾਂ ਤੋਂ ਪਹਿਲਾਂ 2018 ਦੇ ਵਿੱਚ ਵੀ ਅਸੀਂ 2022 ਦੇ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ। ਹਾਂ, ਤੁਸੀਂ ਦੇਖੋ ਵੀ ਜਾਣੀ ਕਿ ਅਗਲੀਆਂ ਜਿਹੜੀਆਂ ਚੋਣਾਂ ਜਿੱਤਣ ਦੀ ਪਾਰੀ ਜਿੱਤਣ ਵਾਸਤੇ 2019 ਦੀਆਂ ਚੋਣਾਂ ਜਿੱਤਣ ਵਾਸਤੇ 2022 ਦਾ ਟਾਰਗੇਟ ਰੱਖ ਕੇ ਉਹ ਕਰਤਾ ਵੀ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇਗੀ। ਹੁਣ ਤੁਸੀਂ ਇਹ ਦੇਖੋ ਵੀ ਸਭ ਤੋਂ ਵੱਡੀ ਗੱਲ ਇਹ ਹੈ, ਜਿਹੜੀਆਂ ਸਿਰਫ ਦੋ ਫਸਲਾਂ ਹੈ, ਜਿਹੜੀਆਂ ਕਣਕ ਤੇ ਝੋਨਾ, ਜਿਹੜੀਆਂ MSP ਦੇ ਮੁਤਾਬਕ ਖਰੀਦੀਆਂ ਜਾਂਦੀਆਂ, ਉਹ ਤੋਂ ਇਲਾਵਾ ਕੋਈ ਫਸਲ ਹੈ ਜਿਹੜੀ MSP ਦੇ ਮੁਤਾਬਕ ਖਰੀਦੀ ਨਹੀਂ ਜਾਂਦੀ, ਚਾਹੇ ਰੇਟ ਐਲਾਨੇ ਵੀ ਹੋਣ ਚਾਹੇ ਨਾ। ਹਾਂ, ਹਾਲਾਂਕਿ ਸਰਕਾਰਾਂ ਵੱਲੋਂ ਇਹਨਾਂ ਸਾਰਿਆਂ ਦੇ MSP ਨਿਰਧਾਰਿਤ ਕੀਤੇ ਜਾ ਰਹੇ ਨੇ, ਚਾਹੇ ਉਹਦੇ ਵਿੱਚ ਦਾਲਾਂ ਹੋਣ, ਚਾਹੇ ਹਰ ਹੋਵੇ, ਚਾਹੇ ਮੱਕੀ ਹੋਵੇ, ਚਾਹੇ ਸੂਰਜਮੁਖੀ ਹੋਵੇ, ਜਾਂ ਹੋਰ ਵੀ ਹੋਵੇ ਜਿੰਨੀਆਂ ਫਸਲਾਂ, ਈਵਨ ਕਿ ਜਿਹੜੀ ਆਪਾਂ ਬਾਸਮਤੀ ਆ,
ਬਾਸਮਤੀ ਦੇ ਰੇਟ ਵੀ ਹੋਣ ਦੇ ਬਾਵਜੂਦ ਆਪਾਂ ਹਰੇਕ ਵਾਰੀ ਦੇਖਦੇ ਆ ਵੀ ਕਿਵੇਂ ਜਿਹੜੇ ਵੱਡੇ ਵਪਾਰੀ ਆ ਬਿਲਕੁਲ, ਉਹ ਕਿਸਾਨਾਂ ਨੂੰ ਬਾਸਮਤੀ ਦੇ ਨਾਮ ਤੇ ਲੁੱਟਦੇ ਆ ਰਹੇ ਨੇ। ਹੁਣ ਜਿਹੜੀਆਂ ਇਹ ਇਹਨਾਂ ਨੇ ਮਤਲਬ ਲੈ ਕੇ ਆ ਰਹੇ ਆ ਕੈਬਨਿਟ ਦੇ ਵਿੱਚ ਇਹਨਾਂ ਨੇ ਲਿਆ ਕੇ ਅਧਿਸੂਚਨਾ ਜਾਰੀ ਕੀਤੀ ਆ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਦੇਸ਼ ਦੇ ਕਿਸਾਨ ਦਾ ਮਸਲਾ ਹੈ, ਸਰਕਾਰ ਨੇ ਇਹਨਾਂ ਮੁੱਦਿਆਂ ਤੇ ਲੋਕ ਸਭਾ ਵਿੱਚ ਚਰਚਾ ਕਰਵਾਉਣੀ ਵੀ ਬਿਹਤਰ ਨਹੀਂ ਸਮਝੀ। ਕਿਸੇ ਕਿਸਾਨ ਜਥੇਬੰਦੀਆਂ ਨਾਲ ਸਲਾਹ ਤਾਂ ਕੀ ਕਰਨੀ ਸੀ, ਆਪਣੀ ਸੰਸਦ 'ਚ ਵੀ ਬਿਲਕੁਲ ਹਾਂ ਬਿਲਕੁਲ। ਤੁਸੀਂ ਇਹਨਾਂ ਨੇ ਕੈਬਨਿਟ ਦੇ ਵਿੱਚ ਲਿਆ ਕੇ ਉਹਨਾਂ ਨੂੰ ਪਤਾ ਹੈ ਵੀ ਇੱਥੇ ਲੋਕ ਸਭਾ ਦੇ ਵਿੱਚ ਜਾਂ ਰਾਜ ਸਭਾ ਦੇ ਵਿੱਚ ਜੇ ਚਰਚਾ ਕਰਵਾਵਾਂਗੇ ਲੰਬਾ ਮੁੱਦਾ ਚੱਲ ਸਕਦਾ। ਸਿਰਫ ਇਹਨਾਂ ਨੇ ਆਪਣੀ ਅਧਿਸੂਚਨਾ ਜਾਰੀ ਕਰਕੇ ਨੋਟੀਫਿਕੇਸ਼ਨ ਕਰਤਾ ਕਿ ਅਸੀਂ ਤਾਂ ਜੀ ਇਹ ਕਰਨ ਜਾ ਰਹੇ ਆ। ਇਹਦੇ ਨਾਲ ਹੋਣਾ ਕਿਆ ਹੈ, ਹੁਣ ਜਿਹੜਾ ਕਿਸਾਨ ਆ ਉਹ ਕਿਸਾਨ ਨੇ ਪਿਸਿਆ ਜਾਣਾ। ਕਿਸਾਨ ਦੀ ਜਿਹੜੀ ਇਹ ਗੱਲਾਂ ਕਰ ਰਿਹਾ ਨਾ ਵੀ ਕਿਸਾਨ ਜਿੱਥੇ ਮਰਜੀ ਫਸਲ ਵੇਚ ਸਕਦਾ, ਇਹ ਤਾਂ ਦੀਪਕ ਜੀ ਪਹਿਲਾਂ ਵੀ ਵੇਚ ਸਕਦਾ ਸੀਗਾ। ਉਹ ਤਾਂ ਸੂਬਿਆਂ ਦੀਆਂ ਸਰਕਾਰਾਂ ਆਪਣੇ ਪੱਧਰ ਤੇ ਪਾਬੰਦੀ ਲਾਉਂਦੀਆਂ ਸਨ ਵੀ ਤਾਂ ਕਿ ਸਾਡੀ ਜਿਹੜੀ ਖਰੀਦ ਵਿਵਸਥਾ ਹੈ ਉਹ ਨਾ ਗੜਬੜਾ ਜੀ। ਬਿਲਕੁਲ ਬਿਲਕੁਲ ਬਿਲਕੁਲ। ਕਿਉਂਕਿ ਇਹ ਸਿਰਫ ਦੋ ਫਸਲਾਂ ਨੂੰ ਲੱਗਦੀ ਸੀਗੀ ਕਿ ਕਣਕ ਤੇ ਝੋਨੇ ਨੂੰ, ਬਾਕੀ ਤਾਂ ਹੁਣ ਵੀ ਜਿੱਥੇ ਮਰਜ਼ੀ ਵੇਚ ਰਹੇ ਆ। ਪੰਜਾਬ ਦੇ ਕਿਸਾਨ ਚੰਡੀਗੜ੍ਹ ਲੈ ਕੇ ਆਏ ਰਹੇ ਆ ਨਾ, ਤੇ ਹਰਿਆਣੇ ਚ ਵੀ ਭਾਜੀਆਂ ਸਾਰੀਆਂ ਕਿਤੇ ਨਾ ਕਿਤੇ ਜਾਂਦੀਆਂ ਹੀ ਆ। ਤਾਂ ਇਹ ਸਾਰਾ ਕੁਝ ਵਿਕਦਾ ਹੈ। ਹਿਮਾਚਲ ਦਾ ਜਿਹੜਾ ਕਿਸਾਨ ਆ ਉਹ ਸਾਰੀਆਂ ਫਸਲਾਂ ਚੰਡੀਗੜ੍ਹ ਲੈ ਕੇ ਵੇਚ ਰਿਹਾ ਜਾਂ ਹੋਰ ਪਾਸੇ। ਇਹਦੇ 'ਚ ਕੋਈ ਹੋਰ ਨਹੀਂ ਪ੍ਰੋਬਲਮ। ਹੁਣ ਇੱਥੇ ਇਹ ਆਉਣੀ ਆ ਕਿ ਜਿਹੜੀਆਂ ਇਹ ਗੱਲ ਕਹਿ ਰਹੇ ਆ ਨਾ ਵੀ FCI ਖਰੀਦੂਗੀ, ਹੁਣ ਵੀ ਜੇ ਤੁਸੀਂ ਦੇਖੋਗੇ ਝੋਨਾ ਜਿਹੜਾ ਖਰੀਦਿਆ ਸਭ ਤੋਂ ਘੱਟ ਜੇ ਝੋਨਾ ਖਰੀਦਿਆ ਪੰਜਾਬ ਦੀ ਮੈਂ ਗੱਲ ਕਰਾਂ, ਸਭ ਤੋਂ ਘੱਟ ਜੇ ਝੋਨਾ ਖਰੀਦਿਆ ਕੇਂਦਰੀ ਖਰੀਦ ਜਿਹੜੀ ਏਜੰਸੀ ਆ ਉਹ FCI ਵੱਲੋਂ ਖਰੀਦਿਆ ਗਿਆ। ਉਹ ਇੱਕ ਆਪਣਾ ਟਾਰਗੇਟ ਰੱਖਦੀ ਆ ਵੀ ਅਸੀਂ ਤਾਂ ਇੰਨਾ ਕੁ ਖਰੀਦਣਾ। ਜਿਹੜੀਆਂ ਬਾਕੀ ਦਾ ਜਿਹੜਾ ਕੋਈ ਮਾਲ ਖਰੀਦਣਾ ਚਾਹੇ ਉਹ ਕਣਕ ਹੋਵੇ ਚਾਹੇ ਝੋਨਾ ਹੋਵੇ, ਜਿਹੜੀਆਂ ਸਟੇਟ ਦੀਆਂ ਏਜੰਸੀਆਂ ਉਹ ਖਰੀਦਦੀਆਂ ਜਾਂ ਥੋੜਾ ਬਹੁਤਾ ਜਿਹੜੇ ਆੜਤੀ ਆ ਜਾਂ ਆਪਾਂ ਵਪਾਰੀ ਕਹਿੰਦੇ ਆ ਉਹ ਖਰੀਦਦੇ ਨੇ। ਹੁਣ ਇਸ ਮਾਮਲੇ ਚ ਵਿੱਚ ਕਿਆ ਹੋਣਾ, ਜਿਹੜੇ MSP ਨਿਰਧਾਰਤ ਜਿਹੜੇ ਇਹਨਾਂ ਨੇ ਕਰ ਦੇਣਾ, ਉਹ ਤੋਂ ਬਾਅਦ ਵਪਾਰੀ ਦੀ ਇੱਕ ਮਰਜ਼ੀ ਹੋਵੇਗੀ। ਅੱਲਾ ਕਹਿੰਦਾ ਜੀ ਮੈਂ ਤਾਂ ਜੇ ਇਹ ਰੇਟ ਲੈਣਾ ਦੇਣਾ ਦੋ, ਨਹੀਂ ਦੇਣਾ ਨਾ ਦੋ। ਉੱਥੇ ਇਹੀ ਗੱਲ ਹੋਣੀ ਬਦਲ ਪਿਆ, ਤੂੰ ਨਹੀਂ ਤਾਂ ਕੋਈ ਹੋਰ ਵੇਚ ਦੂ। ਬਿਲਕੁਲ। ਤੁਸੀਂ ਦੀਪਕ ਜੀ ਹੁਣ ਆਪਾਂ ਤਾਜ਼ੀ ਗੱਲ ਕਰ ਰਹੇ ਆ। ਹੁਣ ਥੋੜੇ ਦਿਨ ਪਹਿਲਾਂ ਜਦੋਂ ਝੋਨੇ ਦਾ ਸੀਜ਼ਨ ਚੱਲ ਰਿਹਾ ਸੀ, ਮੌਸਮ ਬੇਈਮਾਨ ਹੋਇਆ। ਇੱਕ ਤਾਂ ਕਿਸਾਨ ਪਹਿਲਾਂ ਹੀ ਕਰਜ਼ੇ ਦੇ ਹੇਠ ਦੱਬਿਆ ਪਿਆ, ਇੱਕ ਉੱਪਰ ਤੇ ਕੁਦਰਤ ਵੀ ਪਰਮਾਤਮਾ ਜਿਹੜਾ ਕਹਿ ਦੋ ਜਾਂ ਕੁਦਰਤ ਬੇਈਮਾਨ ਹੋਈ, ਕਿੰਨੇ ਗੜੇਮਾਰੀ ਪਈ ਤੇ ਬਾਰਿਸ਼ ਹੋਈ ਜਦੋਂ ਕਣਕ ਦੀ ਵਾਢੀ ਕਣਕ ਦੀ ਵਾਢੀ ਦੇ ਵਿੱਚ ਉਹਦੇ ਵਿੱਚ ਜਿਹੜਾ ਕਣਕ ਦਾ ਜਿਹੜਾ ਦਾਣਾ ਹੈ ਉਹ ਬਦਰੰਗ ਹੋ ਗਿਆ ਤੇ ਉਹਦੇ 'ਚ ਨਮੀ ਵੀ ਆਈ ਆ। ਤਾਂ ਜਿਹੜੇ ਇਹ ਆਪਣੇ ਪਟਿਆਲੇ ਦੇ ਨੇੜੇ ਵਾਲੇ ਪਟਿਆਲਾ, ਸੰਗਰੂਰ, ਜਿਹੜਾ ਰਾਜਪੁਰਾ ਹੋ ਗਿਆ, ਆ ਸਾਰੇ ਏਰੀਏ ਦੇ ਵਿੱਚ ਜਾ ਕੇ ਉੱਥੇ ਜਿਹੜਾ ਰੰਗ ਆ ਕਣਕ ਦਾ ਥੋੜਾ ਪਏਗਾ ਤੇ ਭਾਰ ਘਟ ਗਿਆ। ਤਾਂ ਉਹਦੇ ਜਿਹੜੀ FCI ਦੀ ਟੀਮ ਆ ਬਕਾਇਦਾ ਉੱਥੋਂ ਦਿੱਲੀ ਤੋਂ ਦੌਰਾ ਕਰਨਾ ਜੀ, ਪਟਿਆਲੇ ਦੇ ਰਾਜਪੁਰਾ ਉਹਨਾਂ ਨੇ ਕਈ ਮੰਡੀਆਂ ਦਾ ਦੌਰਾ ਕੀਤਾ, ਆੜਤੀਆਂ ਨਾਲ ਵੀ ਗੱਲਾਂ ਕੀਤੀਆਂ, ਕਿਸਾਨਾਂ ਨਾਲ ਵੀ ਕੀਤੀਆਂ, ਅਧਿਕਾਰੀਆਂ ਨਾਲ ਵੀ। ਉਹ ਭਰੋਸਾ ਦੇ ਕੇ ਚਲੇ ਗਏ ਕਿ ਅਸੀਂ ਇੱਥੋਂ ਰਿਪੋਰਟ ਤਿਆਰ ਕਰਾਂਗੇ, ਕੇਂਦਰ ਨੂੰ ਭੇਜਾਂਗੇ, ਫਿਰ ਕੇਂਦਰ ਤੈਅ ਕਰੇਗੀ ਵੀ ਇਹਦਾ ਰੇਟ ਆ ਜਿਹੜਾ ਕਿੰਨਾ ਲਾਉਣਾ ਹੈ, ਕਿਆ ਕਰਨਾ, ਖਰੀਦਣਾ ਜਾਂ ਨਹੀਂ ਖਰੀਦਣਾ। ਪਰ ਉਹਦੇ ਵੱਲੋਂ ਕੋਈ ਰਿਪੋਰਟ ਨਹੀਂ ਆਈ। ਕਣਕ ਦਾ ਸੀਜ਼ਨ ਖਤਮ ਹੋ ਗਿਆ ਤੇ ਉਲਟਾ ਕਿਉਂਕਿ ਬਾਰ-ਬਾਰ ਮੌਸਮ ਖਰਾਬ ਹੋ ਰਿਹਾ ਸੀਗਾ, ਕਿਸਾਨ ਨੇ ਡਰਦੇ ਮਾਰੇ ਨੇ ਉਹ 20 ਰੁਪਏ ਤੋਂ ਲੈ ਕੇ 25 ਰੁਪਏ ਪ੍ਰਤੀ ਕੁਇੰਟਲ ਤੱਕ ਜਿਹੜੀਆਂ ਕਿਸਾਨ ਜਥੇਬੰਦੀਆਂ ਦਾ ਮਤਲਬ ਦਾਅਵਾ ਕਰਦੀਆਂ ਜਾਂ ਉਹ ਦੋਸ਼ ਲਾ ਰਹੀਆਂ ਵੀ 20 ਰੁਪਏ ਤੋਂ ਲੈ ਕੇ 25 ਰੁਪਏ ਪ੍ਰਤੀ ਕੁਇੰਟਲ ਤੱਕ ਜਿਹੜੇ ਉਹ ਜਿਹੜੇ ਆੜਤੀ ਕਹਿ ਲਓ ਜਾਂ ਪ੍ਰਾਈਵੇਟ ਖਰੀਦਦਾਰ ਕਹਿ ਲਓ ਜਾਂ ਜਿਵੇਂ ਵੀ ਉਹਨਾਂ ਨੂੰ ਵੇਚਣ ਵਾਸਤੇ ਉਹ ਛੱਡ ਕੇ ਗਿਆ, ਮਜਬੂਰ ਕੀਤਾ ਗਿਆ ਵੀ ਅਸੀਂ ਤਾਂ ਇਹ ਰੇਟ ਲਊਗਾ। ਕਿਸਾਨ ਨੇ ਜਿਹਨੇ 6 ਮਹੀਨੇ ਦੀ ਮਿਹਨਤ ਕੀਤੀ ਹੋਈ ਆ, ਪੁੱਤਾਂ ਵਾਂਗ ਪਾਲੀ ਹੋਈ ਫਸਲ ਆ, ਉਹਨੇ ਕਿਹਾ ਵੀ ਚੱਲ ਜੋ ਕੁਝ ਮਿਲਦਾ ਘੱਟੋ ਘੱਟ ਉਹ ਤਾਂ ਲਈਏ। ਇਸ ਤਰ੍ਹਾਂ ਕਿਸਾਨਾਂ ਦੀ ਲੁੱਟ ਹੋਈ ਆ। ਹੁਣ ਇਸ ਮਾਮਲੇ ਵਿੱਚ ਵੀ ਜਿਹੜੀਆਂ ਜ਼ਰੂਰੀ ਵਸਤਾਂ ਸੀਗੀਆਂ, ਦੇਖੋ ਜਿਹੜੀਆਂ ਜ਼ਰੂਰੀ ਵਸਤਾਂ ਦੇ ਵਿੱਚ ਆਉਂਦੇ ਸੀਗੇ, ਆਲੂ ਹੋ ਗਏ, ਪਿਆਜ਼ ਹੋ ਗਏ ਜਾਂ ਕੁਝ ਹੋਰ ਫਸਲਾਂ ਸੀਗੀਆਂ, ਉਹ ਵੀ ਇਹਨਾਂ ਨੇ ਉਹ ਜ਼ਰੂਰੀ ਫਸਲ ਜਿਹੜੀ ਵਸਤਾਂ ਵਾਲੀ ਸੂਚੀ 'ਚੋਂ ਬਾਹਰ ਕੱਢਤੀਆਂ। ਪਿਆਜ਼ ਤਾਂ ਹੁਣ 100 ਰੁਪਏ 200 150 ਰੁਪਏ ਕਿਲੋ ਤੱਕ ਪਹੁੰਚ ਜਾਂਦਾ, ਜਦ ਕਿ ਤੁਹਾਡੀ ਐਸੈਂਸ਼ੀਅਲ ਜਿਹੜੀ ਸਰਵਿਸ ਦੇ ਵਿੱਚ ਆਉਂਦਾ, ਵਰਤੋਂ ਦੇ ਵਿੱਚ ਆਉਂਦਾ। ਜਦੋਂ ਇਹ ਵਪਾਰੀਆਂ ਦੇ ਕੋਲ ਚਲੇ ਜਾਊਗਾ ਮਾਲ, ਉਹ ਵਪਾਰੀ ਦੀ ਮਰਜ਼ੀ ਹੋਵੇਗੀ ਨਾ, ਕਿਉਂਕਿ ਵਪਾਰੀ ਦਾ ਇੱਕੋ ਇੱਕ ਜਿਹੜਾ ਟਾਰਗੇਟ ਹੁੰਦਾ ਉਹਨੇ ਮੁਨਾਫਾ ਕਮਾਉਣਾ ਹੁੰਦਾ। ਵਪਾਰੀ ਦਾ ਤਾਂ ਸਿੱਧਾ ਇੱਕੋ ਸਵਾਲ ਆ ਵੀ ਉਹਨੇ ਮੁਨਾਫਾ ਕਮਾਉਣਾ, ਉਹ ਕਿਉਂ ਘਾਟੇ 'ਚ ਵੇਚੂਗਾ। ਮਤਲਬ ਤੁਹਾਨੂੰ ਇਹ ਜਿੱਥੇ ਇਹ ਮਹਿਸੂਸ ਹੋ ਰਿਹਾ ਕਿ ਹੁਣ ਇਹਦੇ ਨਾਲ ਕਿਸਾਨ ਦੀ ਲੁੱਟ ਹੋਣਾ ਇੱਕ ਹੋਰ ਖਤਰਾ ਪੈਦਾ ਹੋ ਗਿਆ। ਮੈਂ ਇਹਨੂੰ ਇੱਕ ਹੋਰ ਨਜ਼ਰੀਏ ਤੋਂ ਵੀ ਦੇਖਦਾ ਸ਼ਿਬਰ ਜੀ। ਮੈਂ ਦੇਖਦਾ ਕਿ ਇਹ ਲੰਬੇ ਸਮੇਂ ਤੋਂ ਕਵਾਇਦ ਚੱਲਦੀ ਹੈ ਰਾਜਨੀਤਿਕ ਤੌਰ 'ਤੇ ਕਿ ਅਸੀਂ ਆੜਤੀਆਂ ਨੂੰ ਦਲਾਲ ਦੱਸਦੇ ਨੇ ਕਿ ਇਹਨਾਂ ਨੂੰ ਲਾਂਭੇ ਕਰਾਂਗੇ। ਕੀ ਇਹਨਾਂ ਛੋਟੇ ਆੜਤੀਆਂ ਨੂੰ ਜਾਂ ਛੋਟੇ ਦਲਾਲਾਂ ਨੂੰ ਪਰੇ ਕਰਕੇ ਬੜਾ ਦਲਾਲ ਬਿਠਾਉਣ ਦੀ ਤਿਆਰੀ ਤਾਂ ਨਹੀਂ? ਇਹ ਤਾਂ ਨਹੀਂ ਗਾ ਕਿ 500-500 ਕਿੱਲਾ 700 ਕਿੱਲਾ 1000 ਕਿੱਲਾ ਆ ਕੇ ਰਿਲਾਇੰਸ ਕਹੇ, ਜੀਓ ਵਾਲੇ ਕਹਿਣ, ਫਲਾਣੇ ਵਾਲੇ ਕਹਿਣ,
ਹੋਰ ਆ ਜਾਣ ਕੰਪਨੀਆਂ ਇੱਦਾਂ ਦੀਆਂ ਕਿ ਲਓ ਜੀ ਅਸੀਂ ਤੁਹਾਡੇ ਖੇਤ ਲੈਂਦੇ ਹਾਂ, ਇਸ ਰੇਟ ਨੂੰ ਹੁਣੇ ਸੌਦਾ ਤੈਅ, ਬੀਜੋਗੇ ਤੁਸੀਂ, ਚੱਕਾਂਗੇ ਅਸੀਂ ਮਾਲ। ਕਿਤੇ ਇਹ ਤਾਂ ਨਾ ਹੋਵੇ ਕਿ ਖੇਤਾਂ 'ਚ ਖੜੀ ਫਸਲਾਂ ਦੀ ਸੌਦੇ ਮਿਲਣ ਤੇ ਕਿਸਾਨ ਮਾਲਕ ਕਹਿਣ ਦੇ ਹੀ ਹੋਣ, ਮਾਲਕ ਖੇਤਾਂ ਦੇ ਕੋਈ ਹੋਰ ਬਣ ਜਾਣ, ਇਦਾਂ ਦਾ ਵੀ ਕੋਈ ਹੈ? ਦੇਖੋ ਜੀ, ਦੇਖੋ ਇਹ ਵੀ ਗੱਲ ਚੱਲ ਰਹੀ ਹੈ ਕਿ ਜਿਹੜੇ ਕਿਸਾਨ ਦੀ ਜਿਹੜੀ ਜ਼ਮੀਨ ਆ ਜਾਂ ਖੇਤ ਆ, ਉਹ ਵੱਡੀਆਂ ਕੰਪਨੀਆਂ ਆਉਣਗੀਆਂ, ਉਹ ਉਹਨਾਂ ਤੋਂ ਠੇਕੇ ਦੇ ਪਰ ਲੈਣਗੀਆਂ। ਮਤਲਬ 10 ਸਾਲ ਵਾਸਤੇ, 20 ਸਾਲ ਵਾਸਤੇ, 25 ਸਾਲ ਵਾਸਤੇ, ਜਿੰਨਾ ਉਹਨਾਂ ਦੋਵਾਂ ਦੇ ਵਿੱਚ ਇੱਕ ਐਗਰੀਮੈਂਟ ਹੋਵੇਗਾ। ਉਹਦੇ ਵਿੱਚ ਹੋਵੇਗਾ ਕਿਆ, ਮੰਨ ਲਓ ਉਹਨਾਂ ਨੇ ਇੱਕ ਪਿੰਡ ਦੀ 50 ਕਿੱਲੇ, 100 ਕਿੱਲੇ, 200 ਕਿੱਲੇ ਕਿਸੇ ਕੰਪਨੀ ਨੇ ਖਰੀਦ ਲਈ, ਉਹ ਆਪਣੀ ਮਰਜ਼ੀ ਦੇ ਮੁਤਾਬਕ ਫਸਲਾਂ ਉੱਥੇ ਬੀਜਣਗੇ ਤੇ ਜਿਹੜੀ ਉਹੀ ਕਿਸਾਨ ਆ ਜਾਂ ਪਿੰਡ ਦੀ ਜਿਹੜੀ ਲੇਬਰ ਆ, ਉਹ ਉੱਥੇ ਉਹੀ ਕੰਮ ਕਰਨਗੇ। ਇਹ ਪੁਰਾਣਾ ਅੰਗਰੇਜ਼ਾਂ ਵਾਲਾ ਦੌਰ ਨਹੀਂ? ਹਾਂ, ਉਹ ਬਿਲਕੁਲ ਉਵੇਂ ਇਹ ਜਿਹੜੀ ਸਰਕਾਰ ਆ ਉਸ ਪਾਸੇ ਵੱਲ ਵੱਧ ਰਹੀ ਆ। ਜੇ ਹੋਵੇਗਾ ਕਿਆ, ਜਦੋਂ ਕੰਪਨੀਆਂ ਆਪਣੇ ਹਿਸਾਬ ਨਾਲ ਜਿਹੜੀਆਂ ਫਸਲਾਂ ਉੱਥੇ ਬੀਜੇਗੀ, ਤੇ ਇਹ ਜ਼ਰੂਰੀ ਨਹੀਂ ਹੈਗਾ ਕਿ ਕਿਸਾਨ ਤੇ ਤੁਹਾਡੀ ਉਹਦੇ 'ਚ ਕੰਮ ਕਰਵਾਵੇ ਜਾਂ ਨਾ ਕਰਵਾਵੇ, ਫਿਰ ਉੱਥੇ ਜਾ ਕੇ ਉੱਥੇ ਫੇਰ ਲੁੱਟ ਹੋਣੀ ਆ। ਕਿਉਂਕਿ ਜਿਹੜੀ ਦਿਹਾੜੀ ਦਾ ਰੇਟ ਆ, ਉਹ ਕਹੋਗੇ ਅਸੀਂ ਤਾਂ ਜੀ 300 ਰੁਪਏ ਨਹੀਂ ਦਿਹਾੜੀ ਦੇਣੀ, 100 ਰੁਪਏ ਦਿਹਾੜੀ ਦੇਣੀ ਆ, ਆਉਣਾ ਕਰਨੀ ਆ, ਕਰੋ ਨਹੀਂ ਨਾ ਕਰੋ। ਅਸੀਂ ਤਾਂ ਦੂਜੇ ਸੂਬੇ ਤੇ ਲਿਆ ਕੇ ਸਸਤੀ ਲੇਬਰ, ਮਤਲਬ ਕਿਤੇ ਇਹ ਨਾ ਹੋਵੇ ਕਿ ਆਪਣੇ ਖੇਤ 'ਚ ਕਿਸਾਨ ਮਜ਼ਦੂਰ ਬਣ ਕੇ ਰਹਿ ਜਾਵੇ। ਬਿਲਕੁਲ, ਘੱਟ ਰੇਟ ਦੇ ਵਿੱਚ ਜਾ ਕੇ ਆਪਣੇ ਹੀ ਖੇਤ ਦੇ ਵਿੱਚ ਘੱਟ ਮਜ਼ਦੂਰੀ ਪਰ ਕੰਮ ਵੀ ਕਰੂੰਗਾ। ਉਸ ਤੋਂ ਬਾਅਦ ਜਦੋਂ ਫਸਲ ਪੱਕ ਕੇ ਆਵੇਗੀ, ਫਿਰ ਉਹ ਵੀ ਫਸਲ ਆ ਜਿਹੜੀ ਤੁਹਾਨੂੰ ਮਹਿੰਗੀ ਲੈਣੀ ਪਵੇਗੀ। ਹਾਂ, ਤੁਸੀਂ ਤਾਂ ਫਿਰ ਬਾਜ਼ਾਰ 'ਚੋਂ ਖਰੀਦਣੀ ਹੈ ਨਾ, ਕਿਉਂਕਿ ਉਹ ਤਾਂ ਕੰਪਨੀ ਦੀ ਹੈ। ਬਿਲਕੁਲ ਕੰਪਨੀ ਦੀ ਹੈ, ਫਿਰ ਤੁਸੀਂ ਬਾਜ਼ਾਰ 'ਚੋਂ ਖਰੀਦਣਗੇ। ਹੁਣ ਆਪਾਂ ਕਿੰਨੇ ਦੇਖਦੇ ਆ, ਕੋਈ ਰਿਲਾਇੰਸ ਦਾ, ਕੋਈ ਮੋਰ ਦਾ, ਪਤਾ ਨਹੀਂ ਕਿਹੜੇ ਕਿਹੜੇ ਸ਼ੋਰੂਮ ਦੇ ਵਿੱਚ ਹੁੰਦੇ ਆ। ਅੱਜ ਵੀ ਜਿਹੜੇ ਟਮਾਟਰ ਆ, ਮੈਨੂੰ ਹੁਣ ਸਵੇਰੇ ਮੈਸੇਜ ਆਇਆ ਕੋਈ, ਆਮ ਤੌਰ ਤੇ ਜਿਹੜੇ ਅੱਜ ਪਿਆਜ਼ ਆ 100 ਰੁਪਏ ਦੇ 7 ਕਿਲੋ ਵਿਕ ਰਹੇ ਆ, ਪਰ ਜਿਹੜਾ ਹੁਣ ਮੈਨੂੰ ਮੈਸੇਜ ਆਇਆ, ਕਿਉਂਕਿ ਮੈਂ ਸਬਜ਼ੀ ਖਰੀਦ ਕਿਸੇ ਕੰਪਨੀ, ਉਹ ਕਹਿੰਦੇ ਵੀ 19 ਰੁਪਏ ਕਿਲੋ। ਦੱਸੋ, ਪਿਆਜ਼ ਦਾ ਜਦ ਕਿ 100 ਰੁਪਏ ਦੇ 7, ਕਿਸਾਨ ਨੂੰ 10 ਰੁਪਏ ਕਿਲੋ ਚੱਕ ਰਹੇ ਸੀ। ਬਿਲਕੁਲ ਇਸੇ ਤਰ੍ਹਾਂ ਜਿਹੜੇ ਹੁਣ ਖਰਬੂਜੇ ਵਿਕ ਰਹੇ ਤੇ, ਖਰਬੂਜੇ ਕਿਸਾਨ ਤੋਂ 5 ਰੁਪਏ ਕਿਲੋ, 7 ਰੁਪਏ ਕਿਲੋ, 4 ਰੁਪਏ ਕਿਲੋ ਨੂੰ ਖਰੀਦੇ ਗਏ ਆ, ਕਿਉਂਕਿ ਉਹ ਟਰਾਲੀ ਦੀ ਟਰਾਲੀ ਭਰ ਕੇ ਆਉਂਦੇ ਆ ਤੇ ਉੱਥੇ ਕਹਿੰਦੇ ਆ ਵੀ ਰੱਖ ਜੋ, ਠੀਕ ਆ, ਕਿਸਾਨ ਰੱਖ ਕੇ ਚੱਲਦਾ। ਉਹ ਵੀ ਕਿਸਾਨ ਨੂੰ ਜਿਹੜੇ ਪੈਸੇ ਆ ਵਿਕਣ ਤੋਂ ਬਾਅਦ ਮਿਲਦੇ ਆ, ਬਾਅਦ ਨਗਦ ਕਮਾਉਣੇ, ਅਸੀਂ ਚੁੱਗਣੇ ਕਮਾਉਣੇ, ਦੁੱਗਣੇ ਕਮਾਉਣੇ ਹੁੰਦਾ। ਦੇਖੋ ਕਿਆ ਕਿਸਾਨ ਦੀ ਕਿਤੇ ਨਾ ਕਿਤੇ ਥੋੜੀ ਜਿਹੀ ਗਲਤੀ ਆ। ਕਿਸਾਨ ਨਾ ਇੱਕ ਸ਼ਰਮ ਆਉਂਦਾ ਕਹਿ ਲਓ, ਜਾਂ ਆਪ ਨਹੀਂ ਬੈਠਦਾ। ਹਾਲਾਂਕਿ ਸਰਕਾਰਾਂ ਨੇ ਕਿਸਾਨ ਮੰਡੀਆਂ ਸ਼ੁਰੂ ਕੀਤੀਆਂ ਨੇ, ਕਿਸਾਨ ਆਉਂਦਾ ਟਰਾਲੀ ਲਾ ਕੇ ਆਪ ਵੇਚਣੀ ਸ਼ੁਰੂ ਕਰ ਦੇਵੇ, ਆਪ ਨਹੀਂ ਵੇਚਦਾ, ਉਹ ਆੜਤੀ ਦੇ ਕੋਲ ਜਾਂ ਕਿਸੇ ਕੋਲ ਇੱਥੇ ਢੇਰੀ ਲਾ ਜਾਂਦਾ। ਉਹ ਕਹਿੰਦਾ ਯਾਰ ਤੂੰ ਚਲੇ ਜਾ, ਸਾਡਾ ਇੰਨੇ ਦਾ ਹੋ ਗਿਆ, ਤੈਨੂੰ ਵਿਕ ਗਏ ਜਿੰਨੇ ਦੀ ਹੋਊਗੀ, ਉਹ ਬਾਅਦ 'ਚ ਵੇਚ ਦੇਗੇ। ਉਹ ਆੜਤੀ ਜਾਂ ਜਿਹੜਾ ਹੋਰ ਆ, ਉਹ ਆਪਣੇ ਜਿਹੜੇ 2 ਨੌਕਰ ਆ ਉਹਨੂੰ ਉੱਥੇ ਬਿਠਾਉਂਦਾ ਵੀ ਤਾਂ ਆਹ ਵੇਚਣਾ, ਬਸ ਹੋਰ ਕੁਝ ਨਹੀਂ ਕਰਨਾ। ਉਹ ਵੇਚਦਾ, ਮੁਨਾਫਾ ਆਪਣੀ ਜੇਬ 'ਚ ਪਾਉਂਦਾ, ਜਿਹੜੇ ਉੱਪਰਲੇ ਪੈਸੇ ਜਿੰਨੇ ਉਹਦੇ ਨਾਲ ਤੈਅ ਕੀਤਾ ਦਾ ਉਹਨੂੰ ਦੇ ਜਾਂਦਾ। ਉਹ ਸ਼ਾਮ ਨੂੰ ਆਪਣਾ ਟਰੈਕਟਰ ਵੀ ਲੈ ਜਾਂਦਾ, ਤੇ ਜੇ ਕੁਝ ਬਚ ਜਾਂਦਾ ਉਹ ਵੀ ਸਮਾਨ ਲੈ ਜਾਂਦਾ। ਇਹ ਇਸ ਤਰ੍ਹਾਂ ਕਿਸਾਨ ਦੀ ਲੁੱਟ ਹੋ ਰਹੀ ਆ। ਕਿਸਾਨ ਨੂੰ ਸਭ ਤੋਂ ਪਹਿਲਾਂ ਸੁਚੇਤ ਹੋਣ ਦੀ ਜ਼ਰੂਰਤ ਆ। ਉਹਨਾਂ ਨੂੰ ਆਪਣੇ ਵਿੱਚ ਜਿਹੜਾ ਸ਼ਰਮੀਲਾਪਣਾ ਉਹ ਕੱਢਣ ਦੀ ਜ਼ਰੂਰਤ ਆ। ਕਿਸਾਨ ਨੂੰ ਆਪਣਾ ਮਾਲ ਆਪ ਵੇਚਣਾ ਪਵੇਗਾ। ਸ਼ਰਮੀਲੇਪਣ ਦੇ ਨਾਲ ਨਾਲ ਕਿਸਾਨ ਜਥੇਬੰਦੀਆਂ ਦੀ ਕਿੱਥੇ ਭੂਮਿਕਾ ਦੇਖਦੇ ਹੋ ਇਹਨਾਂ ਸਾਰੇ ਮਸਲਿਆਂ 'ਤੇ? ਹੁਣ ਤਾਜ਼ੀ ਲੁੱਟ, ਪਹਿਲੀਆਂ ਲੁੱਟਾਂ, ਕਿਸਾਨ ਜਥੇਬੰਦੀਆਂ ਕਿੱਥੇ ਨੇ? ਕਿਉਂ ਰਾਜਨੀਤਿਕ ਧਿਰਾਂ ਨਾਲ ਜੁੜ ਕੇ ਰਹਿ ਗਈ? ਦੇਖੋ ਜੀ, ਇਹ ਵੀ ਗੱਲ ਵੀ ਠੀਕ ਹੈ ਜਿਹੜੀਆਂ ਕੁਝ ਪਾਰਟੀਆਂ ਦੇ ਨਾਲ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਜੁੜੀਆਂ ਰਹੀਆਂ। ਜੇ ਆਪਾਂ ਪਿਛਲੇ 10 ਸਾਲ ਦਾ ਰਾਜ ਦੇਖੀਏ, ਕਿਉਂਕਿ ਇੱਕ ਚੇਅਰਮੈਨ ਆ ਜਿਹੜਾ ਇੱਕ ਕਿਸਾਨ ਯੂਨੀਅਨ ਦਾ ਮਤਲਬ ਵੱਡਾ ਪ੍ਰਧਾਨ ਰਿਹਾ, ਤੇ 10 ਸਾਲ ਉਹ ਜਿਹੜੀ ਮੰਡੀ ਬੋਰਡ ਦਾ ਉਹ ਚੇਅਰਮੈਨ ਵੀ ਰਿਹਾ। ਕਿਉਂਕਿ ਕਿਸਾਨ ਇਹ ਉਹਦੇ ਪਰ ਕਈ ਤਰ੍ਹਾਂ ਦੇ ਦੋਸ਼ ਲਾਉਂਦੇ ਨੇ ਵੀ ਇਹ ਤਾਂ ਇੱਕ ਵਿਅਕਤੀਗਤ ਜਿਹੜਾ ਵਿਅਕਤੀ ਵਿਸ਼ੇਸ਼ ਵਾਸਤੇ ਕੰਮ ਕਰ ਰਿਹਾ ਹੈ ਨਾ, ਤੇ ਉਹ ਵੀ ਚੱਲਿਆ। ਪਰ ਅੱਜ ਗੱਲ ਇਹ ਹੋ ਰਹੀ ਹੈ, ਕਿਉਂਕਿ ਜਿਹੜੀਆਂ ਸਾਡੇ ਵਿੱਚ ਸਮਾਜ ਦੇ ਵਿੱਚ ਹਰ ਕੋਈ ਮਤਲਬ ਪੀੜਤ ਆ, ਵਿਕਟਮ ਹੈ ਇਹਨਾਂ ਰਾਜਨੀਤਿਕ ਧਿਰਾਂ ਤੋਂ ਜਾਂ ਸਰਕਾਰਾਂ ਤੋਂ ਵਿਸ਼ੇਸ਼ ਤੌਰ ਤੇ। ਪਰ ਇਹ ਇਕੱਠੇ ਨਹੀਂ ਹੋ ਰਹੇ। ਜਿਸ ਤਰ੍ਹਾਂ ਹੁਣ ਕਿਸਾਨ ਯੂਨੀਅਨਾਂ ਦੇਖੋ, ਕਿਸਾਨ ਯੂਨੀਅਨਾਂ ਕਿੰਨੀਆਂ ਬਣੀਆਂ ਹੋਈਆਂ, ਮਤਲਬ 12-13 ਦੇ ਕਰੀਬ ਕਿਸਾਨ ਯੂਨੀਅਨਾਂ ਜਿਹੜੀਆਂ ਕੰਮ ਕਰ ਰਹੀਆਂ, ਜਿਨ੍ਹਾਂ ਦੇ ਵਿੱਚ 6-7 ਕਿਸਾਨ ਯੂਨੀਅਨ ਇਹੋ ਜਿਹੀਆਂ ਜਿਹੜੀਆਂ ਜਾਂ 4-5 ਜਿਹੜੀਆਂ ਬਹੁਤ ਸ਼ਕਤੀਸ਼ਾਲੀ ਆ ਤੇ ਪ੍ਰਭਾਵ ਵੀ ਕਰਦੀਆਂ, ਸੱਚਮੁੱਚ ਕਿਸਾਨਾਂ ਵਾਸਤੇ ਕੰਮ ਵੀ ਕਰਦੀਆਂ। ਕਿਤੇ ਨਾ ਕਿਤੇ ਜਿਹੜੀਆਂ ਕਿਸਾਨ ਯੂਨੀਅਨ ਹੈ, ਸਾਰਿਆਂ ਨੂੰ ਇਕੱਠੇ ਹੋਣ ਦੀ ਜੁਣੇ, ਕਿਉਂਕਿ ਇਹਨਾਂ ਦਾ ਸਾਰਿਆਂ ਦਾ ਮੋਟਿਵ ਇੱਕ ਆ ਵੀ ਕਿਸਾਨ ਦਾ ਫਾਇਦਾ ਹੋਵੇ। ਖੇਤੀ ਦੀਆਂ ਜਿਹੜੀਆਂ ਫਸਲਾਂ ਉਹਦਾ ਜਿਹੜਾ ਭਾਅ ਹੈ ਉਹਨਾਂ ਨੂੰ ਸਹੀ ਮਿਲਣਾ ਚਾਹੀਦਾ। ਸਵਾਮੀਨਾਥਨ ਰਿਪੋਰਟ ਲਾਗੂ ਹੋਣੀ ਚਾਹੀਦੀ ਆ। ਜਿਹੜੀਆਂ ਖਾਦਾਂ ਹੈ, ਬੀਜ ਆ, ਇਹਨਾਂ ਦੇ ਰੇਟ ਜਿਹੜੇ ਘਟਣੇ ਚਾਹੀਦੇ ਆ, ਜਾਂ ਜਿਹੜੇ ਬਿਜਲੀ ਦੇ ਬਿੱਲ ਆ ਇਹ ਮਾਫ ਹੋਣੇ ਚਾਹੀਦੇ ਆ। ਸਾਰੇ ਜਦੋਂ ਤੁਸੀਂ ਇੱਕ ਪਾਸੇ ਨੂੰ ਚੱਲ ਰਿਹਾ, ਘੱਟੋ ਘੱਟ ਜਿਹੜੀਆਂ ਕਿਸਾਨ ਜਥੇਬੰਦੀਆਂ ਇਹਨਾਂ ਨੂੰ ਇੱਕ ਸਾਂਝੀ ਤਾਲਮੇਲ ਕਮੇਟੀ ਬਣਾ ਲੈਣੀ ਚਾਹੀਦੀ ਆ। ਬਾਈ ਦੀ ਵੇ ਜੇ ਇਹਨਾਂ ਨੇ ਆਪਣਾ ਜਿਹੜੀ ਢੋਲਕੀ, ਆਪਣੇ ਛੈਣੇ, ਆਪਣੀ ਡਮਰੂ ਵਜਾਈ ਜਾਣ, ਇੱਕ ਸੁਰ 'ਚ ਵਜਾ ਲੈਣਾ ਕਿ ਇਕੱਠੇ। ਪਰ ਜੇ ਇਹ ਸਾਰੇ ਜਣੇ ਇਕੱਠੇ ਹੋ ਕੇ ਇੱਕ ਕਮੇਟੀ ਬਣਾ ਕੇ ਇੱਕ ਐਕਸ਼ਨ ਕਰਨ, ਮੈਨੂੰ ਨਹੀਂ ਲੱਗਦਾ ਵੀ ਸਰਕਾਰਾਂ ਜਿਹੜੀਆਂ ਸਰਕਾਰਾਂ ਝੁਕ ਸਕਦੀਆਂ ਨੇ ਜੇ ਸਾਰੇ ਇਕੱਠੇ ਹੋਣ। ਇਹ ਵੱਡਾ ਸਵਾਲ ਹੈ ਕਿ ਸਰਕਾਰਾਂ ਵੀ ਝੁਕ ਸਕਦੀਆਂ ਜੇਕਰ ਲੋਕ ਇਕਜੁੱਟ ਹੋਣ, ਜੇਕਰ
ਸੰਗਠਨ ਇਕਜੁੱਟ ਹੋਣ, ਕਿਸਾਨ ਜਥੇਬੰਦੀਆਂ ਜੇਕਰ ਇਕਜੁੱਟ ਹੋਣ। ਸੋ ਨਹੀਂ ਤਾਂ ਜਿਹੜੇ ਗੱਲ ਵੱਡੀ ਚਿੰਤਾ ਜੈ ਸਿੰਘ ਛਿੱਬਰ ਨੇ ਪ੍ਰਗਟਾਈ ਕਿ ਫਿਰ ਅਸੀਂ ਉਸ ਦੌਰ ਵੱਲ ਨੂੰ ਜਾਵਾਂਗੇ ਜਿਹੜਾ ਇੰਨੇ ਸਾਲ ਪਹਿਲਾਂ ਅੰਗਰੇਜ਼ਾਂ ਦੇ ਦੌਰ ਵਿੱਚ ਅਸੀਂ ਆਪਣੇ ਹੀ ਖੇਤਾਂ 'ਚ ਆਪ ਗੁਲਾਮੀ ਕਰਦੇ ਸੀ, ਕਿਤੇ ਉਸੇ ਦੌਰ 'ਚ ਹੁਣ ਕੰਪਨੀਆਂ ਦੇ ਕੋਲ ਅਸੀਂ ਗੁਲਾਮੀ ਕਰਨ ਵੱਲ ਨੂੰ ਨਾ ਤੁਰ ਪਈਏ, ਆਪਣੇ ਹੀ ਖੇਤਾਂ 'ਚ ਮਜ਼ਦੂਰੀ ਕਰਨ ਲਈ ਮਜਬੂਰ ਨਾ ਹੋ ਜਾਈਏ। ਸੋ ਇਸ ਖਤਰੇ ਤੋਂ ਬਚਣ ਲਈ ਇਹੀ ਇੱਕ ਮੌਕਾ ਹੈ ਕਿ ਅਸੀਂ ਫਿਰ ਇੱਕ ਵਾਰ ਕਿਸਾਨ ਜਥੇਬੰਦੀਆਂ, ਕਿਸਾਨ ਸੰਗਠਨ, ਕਿਸਾਨ ਖੁਦ, ਦੇਸ਼ ਭਰ ਦੇ ਕਿਸਾਨ ਇਕਜੁੱਟ ਹੋਣ, ਇੱਕ ਮੰਚ ਹੋਣ ਤੇ ਸਰਕਾਰਾਂ ਨੂੰ ਸਿੱਧਾ ਸਵਾਲ ਕਰਨ। ਪਰ ਸਵਾਲ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਘਾਟੇ ਦਾ ਵੀ ਹੈ, ਸਵਾਲ ਪ੍ਰਾਈਵੇਟ ਬੱਸਾਂ ਨੂੰ ਹਰੀ ਝੰਡੀ ਮਿਲਣ ਦਾ ਵੀ ਹੈ। ਸੋ ਇਹਨਾਂ ਸਾਰੇ ਮਸਲਿਆਂ ਤੇ ਵੀ ਚਰਚਾ ਕਰਾਂਗੇ, ਪਰ ਸਮਾਂ ਇੱਕ ਛੋਟੀ ਜਿਹੀ ਬ੍ਰੇਕ ਦਾ। ਹੁਣੇ ਪਰਤੇ ਤੁਸੀਂ ਜੁੜੇ ਰਹੋ ਵਿਜ਼ਨ ਪੰਜਾਬ ਟੀਵੀ ਦੇ ਨਾਲ। ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ 'ਚ ਇੱਕ ਵਾਰ ਫਿਰ ਸਵਾਗਤ ਹੈ ਜੀ। ਤਾਲਾਬੰਦੀ ਦੇ ਦੌਰਾਨ, ਕਰਫਿਊ ਦੇ ਦੌਰਾਨ, ਕਰੋਨਾ ਦੀ ਮਹਾਮਾਰੀ ਦੇ ਚੱਲਦਿਆਂ ਜਿਹੜੀਆਂ ਬੱਸਾਂ ਦਾ ਚੱਕਾ ਜਾਮ ਹੋਇਆ, ਲੋਕਾਂ ਨੂੰ ਤਾਂ ਪਰੇਸ਼ਾਨੀ ਹੋਈ, ਕਹਿੰਦੇ ਸਰਕਾਰੀ ਤੌਰ ਤੇ ਬਹੁਤ ਘਾਟਾ ਪਿਆ। ਉਸ ਘਾਟੇ ਦੀ ਪੂਰਤੀ ਲਈ ਕੀ ਰਣਨੀਤੀ ਬਣ ਰਹੀ ਹੈ ਤੇ ਪ੍ਰਾਈਵੇਟ ਬੱਸਾਂ ਖਾਸ ਕਰਕੇ ਕਹਿੰਦੇ ਔਰਬਿਟ ਬੱਸਾਂ ਬੜੀ ਤੇਜ਼ੀ ਨਾਲ ਦੌੜਨ ਲੱਗੀਆਂ ਤੇ ਸਰਕਾਰ ਹੁਣ ਇੱਕ ਇਹ ਵੀ ਡਾਟਾ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਹੜੇ ਲੀਡਰਾਂ ਦੀਆਂ ਜ਼ਿਆਦਾ ਪ੍ਰਾਈਵੇਟ ਬੱਸਾਂ ਚੱਲਦੀਆਂ। ਸੋ ਇਹਦੇ ਪਰ ਸਾਰਾ ਕੁਝ ਕੀ ਅੰਦਰ ਹਲਚਲ ਹੋ ਰਹੀ ਹੈ ਉਹਦੇ ਬਾਰੇ ਜਾਣਦੇ ਹਾਂ ਜੈ ਸਿੰਘ ਛਿੱਬਰ ਤੋਂ। ਛਿੱਬਰ ਭਾਜੀ, ਰੋਡਵੇਜ਼ ਦਾ ਘਾਟਾ ਤੇ ਪ੍ਰਾਈਵੇਟ ਬੱਸਾਂ ਨੂੰ ਕਹਿੰਦੇ ਪਹਿਲ ਦੇ ਆਧਾਰ ਤੇ ਫਿਰ ਸੜਕਾਂ ਤੇ ਖਾਸ ਕਰ ਔਰਬਿਟ ਬੱਸਾਂ ਨੂੰ ਜਿਵੇਂ ਮਨਜ਼ੂਰੀ ਮਿਲੀ ਆ, ਇਹ ਸਾਰਾ ਕੀ ਮਸਲਾ ਹੈ? ਦੇਖੋ ਜੀ, ਜਿਹੜਾ ਤੁਸੀਂ ਕਹਿੰਦੇ ਵੀ ਘਾਟੇ ਵਾਲੀ ਗੱਲ ਆ, ਇਹ ਜਿਹੜੇ 23 ਮਾਰਚ ਨੂੰ ਜਦੋਂ ਪੰਜਾਬ ਦੇ ਵਿੱਚ ਕਰਫਿਊ ਲੱਗਿਆ ਜਾਂ ਦੇਸ਼ ਦੇ ਵਿੱਚ ਜਿਹੜਾ ਲੋਕਡਾਊਨ ਹੋਇਆ 24 ਤਰੀਕ ਤੋਂ, ਇੱਕਦਮ ਜਿਹੜੀ ਸਾਰੀ ਟਰਾਂਸਪੋਰਟ ਸੀ, ਚਾਹੇ ਸਰਕਾਰੀ ਸੀ ਚਾਹੇ ਨਿੱਜੀ ਸੀ, ਉਹ ਬ੍ਰੇਕਡਾਊਨ ਹੋ ਗਈ, ਖੜ ਗਈ, ਰੁਕ ਗਈ। ਤੇ ਇਹਦੇ ਵਿੱਚ ਜਿਹੜੀਆਂ ਹੁਣ ਸਰਕਾਰ ਨੇ ਮਤਲਬ ਡਾਟਾ ਇਕੱਠਾ ਕੀਤਾ ਪੰਜਾਬ ਰੋਡਵੇਜ਼, ਪਨ ਬੱਸ ਜਾਂ ਪੇਪਸੂ ਰੋਡਵੇਜ਼ ਤੋਂ, ਉਹਨਾਂ ਨੇ ਸਰਕਾਰ ਨੂੰ ਇਹ ਮਤਲਬ ਰਿਪੋਰਟ ਦਿੱਤੀ ਹੈ ਕਿ 866 ਕਰੋੜ ਦੇ ਕਰੀਬ ਅੱਛਾ ਜੀ ਮਤਲਬ ਇਹਨਾਂ ਨੂੰ ਘਾਟਾ ਪਿਆ। ਜਿਹੜੇ ਇੱਕ ਤਾਂ ਇਹ ਜਿਹੜਾ ਘਾਟਾ ਹੈ ਜਿਹੜੀਆਂ ਸਵਾਰੀਆਂ ਤੋਂ ਟਿਕਟ ਵੇਚ ਕੇ ਹੋਣਾ ਸੀਗਾ ਉਹ ਘਾਟਾ ਹੈ। ਦੂਜਾ ਜਿਹੜੇ ਉਹਨਾਂ ਨੇ ਬੱਸ ਸਟੈਂਡਾਂ ਤੋਂ ਕੰਟੀਨ ਜਾਂ ਤੁਸੀਂ ਜਿਹੜੇ ਹੋਰ ਸਾਈਕਲ ਸਟੈਂਡ ਕਿਰਾਏ ਪਰ ਦਿੱਤੇ ਹੋਏ ਆ ਜਾਂ ਕੋਈ ਹੋਰ, ਇਹ ਸਾਰਾ ਕੁਝ ਵਿੱਚ ਮਿਲਾ ਕੇ ਘਾਟਾ ਹੋਇਆ। ਤੇ ਹੁਣ ਇਹਨਾਂ ਅਦਾਰਿਆਂ ਨੇ, ਦੋਵਾਂ ਅਦਾਰਿਆਂ ਨੇ, ਜਿਹੜੀ ਸਰਕਾਰ ਨੇ ਇਹਨਾਂ ਤੋਂ ਰਿਪੋਰਟ ਮੰਗੀ, ਇਹਨਾਂ ਨੇ ਕਿਹਾ ਕਿ ਸਾਨੂੰ 1134 ਕਰੋੜ ਦੇ ਕਰੀਬ ਜਾਣੀ ਕਿ ਪੈਸਾ ਚਾਹੀਦਾ ਕਿ ਅਸੀਂ ਦੁਬਾਰਾ ਜਾਣੀ ਕਿ ਮੂੜ ਪੈਰਾਂ ਪਰ ਖੜੇ ਹੋ ਜਾਈਏ। ਇੱਕ ਤਾਂ ਉਹਨਾਂ ਦਾ ਕਿਹਾ ਜਿਹੜਾ ਇਹ ਘਾਟਾ ਇਹ ਪੂਰਾ ਕਰਨਾ। ਦੂਜਾ ਹੁਣ ਜਿਵੇਂ ਕਿ ਕੋਵਿਡ-19 ਨੂੰ ਲੈ ਕੇ ਜਿਵੇਂ ਕਿ ਮਹਾਮਾਰੀ ਫੈਲੀ ਹੋਈ ਆ, ਜਾਂ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਡਰ ਪੈ ਗਿਆ, ਭੈ ਪੈ ਗਿਆ ਕਿ ਅਸੀਂ ਜਿਹੜੀ ਕਿ ਜਿੰਨੇ ਉਹ ਉੱਥੇ ਬੱਸ ਅੱਡੇ ਹੋਣਗੇ ਉਹਨਾਂ ਨੂੰ ਸੈਨੀਟਾਈਜ਼ਰ ਵੀ ਕਰਨਾ ਹੈ, ਤੇ ਜਿਹੜੀਆਂ ਬੱਸ ਆ ਉਹਨੂੰ ਵੀ ਵਾਰ-ਵਾਰ ਸੈਨੀਟਾਈਜ਼ਰ ਕਰਨਾ ਹੈ, ਜਿਹੜੇ ਡਰਾਈਵਰ ਤੇ ਕੰਡਕਟਰ ਆ ਉਹਨਾਂ ਨੂੰ ਵੀ ਮਤਲਬ ਦਸਤਾਨੇ, ਮਾਸਕ ਵਗੈਰਾ ਸਭ ਕੁਝ ਦੇਣਾ ਪੈਣਾ। ਇੱਦਾਂ ਸਾਡਾ ਸਾਰੇ ਖਰਚੇ ਆ ਜਿਹੜੇ ਇਹ ਵਧਣੇ ਆ, ਇਸ ਕਰਕੇ ਸਾਨੂੰ 1134 ਕਰੋੜ ਰੁਪਈਆ ਚਾਹੀਦਾ। ਹੁਣ ਇਹਦੇ 'ਚ ਸਰਕਾਰ ਆ ਜਿਹੜੀ ਇਹਨਾਂ ਨੂੰ 1134 ਕਰੋੜ ਦਿੰਦੀ ਆ ਜਾਂ ਨਹੀਂ ਦਿੰਦੀ, ਇਹ ਤਾਂ ਇੱਕ ਵੱਖਰੀ ਗੱਲ ਆ। ਪਰ ਇਹ ਜਾਣੀ ਕਿ ਜਿਹੜਾ ਇਹਨਾਂ ਦਾ ਰਿਕਾਰਡ ਆ ਜਾਂ ਮੰਗ ਆ ਉਹ ਸਰਕਾਰ ਨੇ ਆਪਣੇ ਕੋਲ ਦਰਜ ਕਰ ਲਈ। ਲੱਗਦਾ ਹੈ ਕਿ ਸਰਕਾਰ ਆ ਜਿਹੜੇ ਵੱਖ-ਵੱਖ ਮਹਿਕਮਿਆਂ ਦਾ ਪੂਰਾ ਇੱਕ ਰਿਪੋਰਟ ਤਿਆਰ ਕਰਕੇ ਕੇਂਦਰ ਨੂੰ ਭੇਜੇਗੀ, ਕਿਉਂਕਿ ਆਪਣੇ ਇਹ ਪਹਿਲਾਂ ਹੀ ਮਨਪ੍ਰੀਤ ਬਾਦਲ ਹੋਰੀ ਕਹਿ ਚੁੱਕੇ ਆ ਕਿ ਕੋਵਿਡ-19 ਕਰਕੇ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਖਜ਼ਾਨਾ ਹੈ ਉਹਨੂੰ ਕੋਈ 21,500 ਕਰੋੜ ਦਾ ਜਿਹੜਾ ਕਿ ਨੁਕਸਾਨ ਹੋਣ ਦਾ ਅਨੁਮਾਨ ਆ, ਅੰਦਾਜ਼ਾ ਹੈ। ਇਹ ਵੱਧ ਵੀ ਸਕਦਾ, ਥੋੜਾ ਬਹੁਤਾ ਘਟ ਵੀ ਸਕਦਾ। ਪਰ ਨਾਲ ਦੀ ਨਾਲ ਤੁਸੀਂ ਦੇਖੋ ਵੀ ਸਰਕਾਰ ਨੇ ਦੇਖੋ ਜਿਹੜਾ ਘਾਟਾ ਪੈਣਾ, ਇਹ ਤਾਂ ਹੈ ਨਹੀਂ ਵੀ ਸਰਕਾਰ ਦੇ ਕੋਲ ਕੋਈ ਦਰਖਤ ਲੱਗਿਆ ਹੋਇਆ ਵੀ ਇਹ ਤੇ ਝਾੜ ਲੈਣੇ, ਪਰ ਇਹ ਸਾਰਾ ਕੁੱਲ ਮਿਲਾ ਕੇ ਜੇ ਬੋਝ ਪੈਣਾ ਹੈ ਲੋਕਾਂ ਤੇ ਪੈਣਾ, ਪੰਜਾਬ ਦੇ ਲੋਕਾਂ ਤੇ ਪੈਣਾ, ਦੇਸ਼ ਦੇ ਲੋਕਾਂ ਤੇ ਪੈਣਾ। ਹਰੇਕ ਸਰਕਾਰ ਆਪਣੇ ਆਪਣੇ ਘਾਟੇ ਨੂੰ ਜਾਣੀ ਕਿ ਜਰਬ ਤਕਸੀਮ ਕਰਨ ਲੱਗ ਪਈ ਹੈ। ਹੁਣ ਸਭ ਤੋਂ ਪਹਿਲਾਂ ਨੇ ਕੀ ਕੀਤਾ ਕਿ ਸਰਕਾਰ ਨੇ ਜਿਹੜਾ ਸ਼ਰਾਬ ਆ ਉਹਦੇ 5 ਰੁਪਏ ਬੋਤਲ ਤੋਂ ਲੈ ਕੇ 50 ਰੁਪਏ ਬੋਤਲ ਤੱਕ ਕੋਵਿਡ ਜਿਹੜਾ 19 ਆ ਉਹ ਸੈਸ ਲਾਤਾ, ਕਰੋਨਾ ਸੈਸ ਲਾਤਾ। ਹੁਣ ਮਤਲਬ ਜਿਹੜੀ 5 ਰੁਪਏ ਤੋਂ ਲੈ ਕੇ 50 ਰੁਪਏ ਤੱਕ ਤਾਂ ਸਿੱਧੀ ਬੋਤਲ ਆ ਜਿਹੜੀ ਮਹਿੰਗੀ ਹੋਣੀ ਆ। ਜਿਹੜੀ ਬਾਅਦ ਚੋਂ ਠੇਕੇਦਾਰਾਂ ਵੱਲੋਂ ਜਾਂ ਕਿਵੇਂ ਉਹ ਵੇਚੀ ਜਾਣੀ ਆ ਉਹ ਇੱਕ ਵੱਖਰੀ ਗੱਲ ਆ। ਇਸ ਨਾਲ ਸਰਕਾਰ ਨੂੰ ਇੱਕ ਅੰਦਾਜ਼ਾ ਵੀ ਉਹਨਾਂ ਕੋਲ ਵੱਡਾ ਜਿਹੜਾ ਰੈਵਨਿਊ ਆ ਉਹ ਇਕੱਠਾ ਹੋਵੇਗਾ। ਦੂਜੇ ਪਾਸੇ ਤੁਸੀਂ ਦੇਖੋ ਸਰਕਾਰਾਂ ਕਿਵੇਂ ਪ੍ਰਾਈਵੇਟੇਸ਼ਨ ਲੋਕਾਂ ਦਾ ਲਾਭ ਕਰਦੀਆਂ ਆ ਰਹੀਆਂ। ਠੇਕੇਦਾਰਾਂ ਦੇ ਦੌਰਾਨ ਜਿਹੜੇ 2 ਮਹੀਨੇ ਬੰਦ ਰਿਹਾ, ਹਾਲਾਂਕਿ ਸਾਰੀ ਦੁਨੀਆ ਕਹਿ ਰਹੀ ਆ ਵੀ ਸ਼ਰਾਬ ਵਿਕੀ ਆ,
ਸਾਰੀ ਦੁਨੀਆ ਕਹਿ ਰਹੀ ਹੈ, ਇਹਨਾਂ ਦੀ ਬਿਲਕੁਲ। ਪਾਰਟੀ ਦੇ ਆਪਣੇ ਆਗੂ ਆਪਣੇ ਕਹਿ ਆਗੂ ਰਹੇ ਕਹਿ ਰਹੇ ਨੇ ਕਿ ਪੰਜਾਬ 'ਚ ਸ਼ਰਾਬ ਵਿਕਦੀ ਪੰਜਾਬ ਰਹੀ ਦੇ ਵਿੱਚ ਸ਼ਰਾਬ ਵਿਕਦੀ ਰਹੀ ਆ। ਹਾਂ। ਸਾਰੇ ਆਗੂ ਇਹਨਾਂ ਦੇ ਆਪਣੇ ਕਹਿ ਰਿਹਾ, ਪਰ ਉਹਨਾਂ ਦੇ ਕਹਿਣ ਤੇ ਉਹਨਾਂ ਦੀ ਜਿਹੜੀ ਕਿਸ਼ਤ ਆ ਉਹ ਮਤਲਬ ਜਿਹੜਾ ਟੈਕਸ ਆ ਜਿਹੜਾ ਰੈਵਨਿਊ ਤਾਂ ਉਹ ਮਾਫ ਕੀਤਾ ਜਾ ਰਿਹਾ ਹੈ। ਐਦਾਂ ਹੀ ਹੁਣ ਜਿਹੜੇ ਸਰਕਾਰ ਨੇ ਕਿਆ ਕਰਿਆ, 11 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਆ ਜਿਹੜਾ ਉਹ ਜਿਹੜਾ ਕਿਰਾਇਆ ਹੈ ਬੱਸਾਂ ਦਾ ਜਿਹੜਾ ਟੈਕਸ ਲੈਣਾ ਸੀਗਾ ਉਹ ਵੀ ਘਟਾਤਾ। ਉਹਦੇ ਨਾਲ ਸਰਕਾਰ ਦਾ ਤਾਂ ਰੈਵਨਿਊ ਘਟਣਾ ਹੀ ਘਟਣਾ ਹੈ, ਠੀਕ ਹੈ ਆਪਣਾ, ਤੇ ਪ੍ਰਾਈਵੇਟੇਸ਼ਨ ਆ ਜਿਹੜਾ ਉਹਨੂੰ ਵੀ ਫਾਇਦਾ ਹੋਣਾ। ਉਹ ਤੋਂ ਬਾਅਦ ਮੰਗ ਉਹ ਵੀ ਕਰ ਰਹੇ ਤੇ ਵੀ ਜਦੋਂ ਸਕੂਲ ਬੰਦ ਪਏ ਆ ਵੀ ਸਾਡੀਆਂ ਬੱਸਾਂ ਨਹੀਂ ਚੱਲੀਆਂ ਜਾਂ ਹੋ ਰਹੇ, ਹਾਲਾਂਕਿ ਸਕੂਲਾਂ ਨੇ ਡਰਾ ਪਾ ਕੇ ਆਪਣੇ ਬੱਚਿਆਂ ਤੋਂ ਜਾਂ ਉਹਨਾਂ ਦੇ ਮਾਪਿਆਂ ਤੋਂ ਫੀਸਾਂ ਲੈ ਰਹੇ ਨੇ, ਕਾਫੀ ਹੱਦ ਤੱਕ ਬਹੁਤ ਹੱਦ ਤੱਕ ਲੈ ਲਿਆ, ਪਰ ਉਹ ਕਰਦੇ ਰਹੇ ਵੀ ਸਾਨੂੰ ਵੀ ਤੁਸੀਂ ਮਾਫ ਦਿਓ। ਤਾਂ ਹੁਣ ਸਰਕਾਰ ਨੇ ਇਹ ਵੀ ਕਰਤਾ ਕਿ ਜਿਹੜਾ ਮਤਲਬ 19/5 ਤੋਂ ਲੈ ਕੇ 19/5 ਤੱਕ 23 ਤਰੀਕ ਤੋਂ ਲੈ ਕੇ ਮਾਰਚ ਤੋਂ ਲੈ ਕੇ 19/5 ਤੱਕ ਦਾ ਮਤਲਬ ਜਿਹੜਾ ਪੀਰੀਅਡ ਸੀਗਾ, ਇਹ ਲਗਭਗ 57-58 ਦਿਨ ਦੇ ਜਿਹੜੇ ਬਣਦੇ ਸੀਗੇ ਜਾਂ 2 ਮਹੀਨੇ ਦਾ, ਇਹ ਟੈਕਸ ਆ ਜਿਹੜਾ ਸਾਰਾ ਕਮਰਸ਼ੀਅਲ ਬਣਨਾ ਤੋਂ ਮਾਫ ਕਰਤਾ। ਹੁਣ ਜਿਹੜੇ 3 ਵੀਲਰ ਚੱਲਣ ਵਾਲੇ ਤੇ ਚਲੋ ਠੀਕ ਆ ਵੀ ਗਰੀਬ ਲੋਕ ਆ ਉਹਨਾਂ ਦਾ ਮਾਫ ਹੋ ਗਿਆ। 3 ਵੀਲਰ ਵਾਲੇ ਹੋ ਗਏ, ਟਰੱਕ ਚਾਲਕ ਹੋ ਗਏ, ਬੱਸਾਂ ਵਾਲੇ ਹੋ ਗਏ, ਸਾਰੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਇਹਨਾਂ ਨੂੰ ਲੱਖਾਂ ਕਰੋੜ ਜਿਹੜਾ ਫੇਰ ਫਾਇਦਾ ਹੋਣਾ, ਠੀਕ ਆ। ਇੱਕ ਤਾਂ ਪਹਿਲਾਂ ਬੱਸਾਂ ਦਾ ਟੈਕਸ ਕਿਲੋਮੀਟਰ ਪ੍ਰਤੀ ਕਿਲੋਮੀਟਰ ਟੈਕਸ ਘਟਾਤਾ, ਦੂਜੇ ਪਾਸੇ ਜਿਹੜਾ ਇਹਨਾਂ ਨੇ ਰੋਡ ਟੈਕਸ ਜਾਂ ਦੂਜੇ ਟੈਕਸ ਵੀ ਦੇਣੇ ਸੀਗੇ ਉਹ ਬਿਨਾਂ ਉਹਨਾਂ ਤੋਂ ਇੱਕ ਮਾਫ ਵੀ ਕਰਤਾ, ਤੇ ਜਿਹੜਾ ਹੋਰ ਪੁਰਾਣਾ ਟੈਕਸ ਰਹਿੰਦਾ ਉਹ ਇਹਨਾਂ ਨੇ 30 ਜੂਨ ਤੱਕ ਦੀ ਮਾਫੀ ਦੇਤੀ ਵੀ ਤੁਸੀਂ 30 ਜੂਨ ਤੱਕ ਬਿਨਾਂ ਵਿਆਜ ਤੋਂ ਤੁਸੀਂ ਟੈਕਸ ਆ ਜਿਹੜਾ ਉਹ ਭਰ ਸਕਦੇ ਆ। ਇੱਕ ਹੋਰ ਤੁਹਾਨੂੰ ਮਤਲਬ ਕਮਾਲ ਦੀ ਗੱਲ ਦੱਸਦਾ, ਸਥਾਨਕ ਸਰਕਾਰਾਂ ਵਿਭਾਗ ਨੇ ਵੀ ਇੱਕ ਜਿਹੜੇ ਲੋਕਾਂ ਦਾ ਮਤਲਬ ਉਹ ਰਹਿੰਦਾ ਸੀਗਾ ਬਿਜਲੀ ਪਾਣੀ ਦਾ ਤੇ ਸੀਵਰੇਜ ਦਾ, ਉਹਨਾਂ ਨੂੰ ਇੱਕ ਰਾਹਤ ਤਾਂ ਜ਼ਰੂਰ ਦਿੱਤੀ ਹੈ ਵੀ ਤੁਸੀਂ 1 ਮਹੀਨਾ ਵਾਸਤੇ ਬਿਨਾਂ ਵਿਆਜ ਤੋਂ ਪੈਸੇ ਭਰਾ ਸਕਦੇ ਆ ਸਾਰਾ ਕੁਝ। ਜੇ ਤੁਸੀਂ 1 ਮਹੀਨੇ ਤੋਂ ਤੈਅਸ਼ੁਦਾ ਤੋਂ ਉਹ ਸਮਾਂ ਲੰਘਾਤਾ ਫਿਰ ਤੁਹਾਨੂੰ 12% ਵਿਆਜ ਦੇ ਨਾਲ ਪੈਸੇ ਜਮ੍ਹਾਂ ਕਰਵਾਉਣੇ ਪੈਣਗੇ। ਦੇਖੋ ਤੁਸੀਂ ਕਮਾਲ ਦੀ ਗੱਲ ਕਿੱਥੇ ਕਰ ਰਹੇ ਹੋ। ਇਸ ਮਹਾਮਾਰੀ 'ਚ ਵੀ ਮਤਲਬ ਕਿ ਇਦਾਂ ਦੀ ਚੱਲ ਫਿਰ ਵੀ ਜੇ ਤੁਸੀਂ ਉਸ ਸਮੇਂ ਨਹੀਂ ਜਮ੍ਹਾਂ ਕਰਵਾਉਂਦੇ, ਦੇਖੋ ਜੇ ਬੰਦੇ ਕੋਲ ਪੈਸੇ ਹੋਣ ਇਹ ਤਾਂ ਪਹਿਲਾਂ ਹੀ ਕਰਾ ਦਿਓ, ਕਿਉਂ ਅਗਲਾ ਟੈਕਸ ਭਰੂਗਾ। ਫਿਰ ਉਹ ਤੋਂ ਬਾਅਦ ਇੱਕ ਉਹਨਾਂ ਨੇ ਹੋਰ ਲਾਤੀ ਵੀ ਜੇ ਇਹ ਤੈਅ ਤਰੀਕ ਤੱਕ ਵੀ ਜੇ ਤੁਸੀਂ ਨਹੀਂ ਵਿਆਜ ਸਮੇਤ ਪੈਸੇ ਜਮ੍ਹਾਂ ਕਰਾਉਂਦੇ ਤਾਂ ਤੁਹਾਨੂੰ ਵਿਆਜ ਤੇ ਪਲੱਸ ਪੈਨਲਟੀ ਨਾਲ ਪੈਸੇ ਜਮ੍ਹਾਂ ਕਰਾਉਣਗੇ, ਪੈਨਲਟੀ ਵੀ ਲੱਗੂਗੀ। ਇਸ ਕਰਕੇ ਜੇ ਲੁੱਟ ਹੋ ਰਹੀ ਆ ਸਿੱਧੇ ਮਾਇਨਿਆਂ ਦੇ ਵਿੱਚ ਜਿਹੜੀ ਆਪਾਂ ਗੱਲ ਕਰਦੇ ਆ ਉਹ ਲੋਕਾਂ ਦੀ ਹੋ ਰਹੀ ਆ। ਹੁਣ ਬਿਜਲੀ ਦੀ ਗੱਲ ਆਪਾਂ ਗੱਲਾਂ ਕਰਦੇ ਆ, ਜਿਹੜੀ ਤੁਸੀਂ ਗੱਲ ਕਰਦੇ ਵੀ ਆਮ ਆਦਮੀ ਪਾਰਟੀ ਨੇ ਸਕੂਲਾਂ ਦਾ ਫੀਸਾਂ ਦਾ ਚੱਕਿਆ ਮੁੱਦਾ ਚੁੱਕਿਆ, 25 ਪੈਸੇ ਤੋਂ ਲੈ ਕੇ 50 ਪੈਸੇ ਪ੍ਰਤੀ ਯੂਨਿਟ ਆ ਜਿਹੜਾ ਉਹ 300 ਯੂਨਿਟਾਂ ਤੱਕ ਦਾ ਜਿਹੜਾ ਹੈਗਾ ਉਹ ਮਾਫ ਕਰਿਆ, ਸਿਰਫ 25 ਤੋਂ 50 ਉਹਦੇ ਤੱਕ ਜਿਹੜੀਆਂ ਪਹਿਲੀ ਜਿਹੜੀ 1 ਤੋਂ ਲੈ ਕੇ 100 ਯੂਨਿਟਾਂ ਤੱਕ ਕੋਈ ਹੇਰ-ਫੇਰ ਨਹੀਂ ਕੀਤੀ ਤੇ 50 ਪੈਸੇ ਯੂਨਿਟ ਮਾਫ ਕਰਤੀ। ਪਰ ਜਦੋਂ 101 ਤੋਂ ਲੈ ਕੇ ਅਗਲੀਆਂ ਯੂਨਿਟਾਂ ਸ਼ੁਰੂ ਹੋਣੀਆਂ ਉਹਦੇ ਵਿੱਚ 101 ਤੇ 200 ਤੱਕ ਜਿਹੜੀ ਯੂਨਿਟ ਉਹਦੇ ਚ 25 ਪੈਸੇ ਪਰ ਯੂਨਿਟ ਮਾਫ ਕੀਤਾ। 301 ਤੋਂ ਲੈ ਕੇ ਜਿਹੜੀਆਂ ਅਗਲੀਆਂ ਯੂਨਿਟਾਂ ਹੋਣੀਆਂ ਉਹਦੇ ਵਿੱਚ ਹੋਇਆ ਕਿਆ, ਉਲਟਾ 10 ਪੈਸੇ ਪ੍ਰਤੀ ਯੂਨਿਟ ਆ ਜਿਹੜੀ ਤੁਹਾਡਾ ਵਧਾਤਾ। 10 ਪੈਸੇ ਪ੍ਰਤੀ ਯੂਨਿਟ ਨਹੀਂ ਵਧਾਇਆ, ਉਹ ਤੋਂ ਬਾਅਦ ਜਿਹੜਾ ਤੁਹਾਡਾ ਫਿਕਸ ਚਾਰਜਸ ਹੋਣੇ ਆ, ਘੱਟੋ ਘੱਟ ਚਾਰਜਰ ਹੋਣੇ, ਚਾਰਜ ਜਿਹੜੇ ਵਸੂਲੇ ਜਾਣੇ ਆ ਉਹ 15 ਰੁਪਏ ਤੋਂ ਲੈ ਕੇ 25 ਰੁਪਏ ਤੱਕ ਪ੍ਰਤੀ ਕਿਲੋ ਵਾਟ ਆ ਜਿਹੜਾ ਵੱਧ ਗਏ, ਉਹ ਤੁਹਾਡੇ ਵਧਾਤੇ ਜੀ। ਫਾਇਦਾ ਕਿਆ ਹੋਇਆ, ਮਤਲਬ ਕਹਿੰਦੇ ਕੰਨ ਇੱਧਰ ਨੂੰ ਫੜਿਆ ਤੁਮਕੋ ਉਲਟਾ, ਜਾਣੀ ਕਿ ਸਿੱਧੇ ਸ਼ਬਦਾਂ ਦੇ ਵਿੱਚ ਜਾ ਕੇ ਜਿਹੜੇ ਬਹੁਤ ਘੱਟ ਲੋਕਾਂ ਨੂੰ ਜਾਣੀ ਕਿ ਜਾ ਕੇ ਜਿਹੜੇ 100 ਯੂਨਿਟਾਂ ਦੇ ਥੱਲੇ ਆ ਭਾਨ ਚ ਫਾਇਦਾ ਹੋਣਾ, ਭਾਨ ਹਾਂ ਉਹਨਾਂ ਨੂੰ ਤਾਂ ਫਾਇਦਾ ਹੋ ਸਕਦਾ ਜਿਹੜੇ 100 ਯੂਨਿਟਾਂ ਦੇ ਥੱਲੇ ਫੂਕਦੇ ਆ ਜਾਂ 150, ਜਿਹੜੇ ਬਾਕੀ ਦੇ ਆ ਉਹਨਾਂ ਸਾਰਿਆਂ ਦਾ ਜਿਹੜਾ ਬਿਜਲੀ ਦੇ ਬਿੱਲ ਆ ਉਹ ਵੱਧ ਕੇ ਆਉਣੇ ਆ। ਉਲਟਾ ਜਿਹੜਾ ਪੰਜਾਬ ਦੇ ਜਿਹੜੇ ਲੋਕ ਆ ਉਹਨਾਂ ਤੇ ਭਾਰ ਪਿਆ। ਠੀਕ ਹੈ, ਅਗਲੀ ਗੱਲ ਜਿਹੜੀ ਤੁਸੀਂ ਉਹ ਸੋਨੀ ਜੀ ਵਾਲੀ ਗੱਲ ਕੀਤੀ ਆ ਵੀ ਉਹਦਾ ਘਰ ਘੇਰਿਆ, ਪੰਜਾਬ ਦੇ ਵਿੱਚ ਤੁਹਾਨੂੰ ਵੀ ਪਤਾ ਹੈ, ਸਭ ਨੂੰ ਪਤਾ ਹੈ, ਲੋਕਾਂ ਨੂੰ ਪਤਾ ਹੈ ਵੀ ਜਿਹੜੀਆਂ ਸਿਹਤ ਸੇਵਾਵਾਂ ਉਹ ਬਹੁਤ ਬੁਰਾ ਹਾਲ ਹੋਇਆ ਪਿਆ। ਡਾਕਟਰ ਬਾਰ-ਬਾਰ ਇਹ ਗੱਲਾਂ ਕਰ ਰਹੇ ਆ ਵੀ ਸਾਡੇ ਕੋਲ ਆਉਂਦੇ ਨਹੀਂ ਹੈਗੇ। ਕਿੰਨੀ ਪਿਛਲੀ ਸਰਕਾਰ ਨੇ ਵੀ ਇਹ ਸਰਕਾਰ ਨੇ ਵੀ ਮਤਲਬ ਇਹ ਕਹਿਤਾ ਵੀ ਆਓ ਤੇ ਨੌਕਰੀ ਪਾਓ, ਕਿਉਂਕਿ MBBS ਕਰਕੇ ਆਓ ਜਾਂ ਜਿਹੜੇ ਸਪੈਸ਼ਲ ਮਾਹਰ ਆ ਵੱਖ-ਵੱਖ ਰੋਗਾਂ ਦੇ, ਕਿਸੇ ਵੀ ਰੋਗਾਂ ਦੇ ਵੀ ਆਓ ਤੇ ਨੌਕਰੀ ਪਾਓ। ਤੁਹਾਡੇ ਕੋਲ ਡਾਕਟਰ ਹੈ ਨਹੀਂ, ਨਵੇਂ ਡਾਕਟਰ ਬਣ ਤੋਂ ਤੁਸੀਂ ਰੋਕ ਰਹੇ ਹੋ। ਫੀਸਾਂ ਇੰਨੀਆਂ ਮਹਿੰਗੀਆਂ ਕਰਤੀਆਂ ਕਿ ਸਧਾਰਨ ਪਰਿਵਾਰ ਦਾ ਬੱਚਾ ਬਣ ਨਹੀਂ ਸਕਦਾ। ਦੀਪਕ ਜੀ ਸਧਾਰਨ ਦਾ ਛੱਡੋ, ਜਿਹੜਾ ਮਤਲਬ ਖਾਂਦਾ ਪੀਂਦਾ ਵੀ ਹੈਗਾ ਉਹ ਵੀ ਨਹੀਂ ਇੰਨੀ ਫੀਸ ਦੇ ਸਕਦਾ। ਤੁਸੀਂ 70% ਤੱਕ ਫੀਸ ਵਧਾਤੀ, ਤੁਸੀਂ ਤਾਂ ਰੋਕ ਲਾਤੀ। ਤੁਸੀਂ ਇਸ ਸਿੱਧੇ ਮਾਇਨਿਆਂ ਦੇ ਵਿੱਚ ਰੋਕ ਲਾਤੀ ਵੀ ਤੁਹਾਡਾ ਜਿਹੜਾ ਗਰੀਬ ਤਾਂ ਛੱਡੋ, ਜਿਹੜਾ ਮੱਧ ਵਰਗੀ ਪਰਿਵਾਰ ਆ ਵੀ ਤੁਹਾਡਾ ਬੱਚਾ ਵੀ ਡਾਕਟਰ ਨਹੀਂ ਬਣ ਸਕਦਾ। ਜਿਹੜੇ ਲੋਕਾਂ ਕੋਲ ਪਹਿਲਾਂ ਹੀ ਕਰੋੜਾਂ ਰੁਪਈਆ ਅਰਬਾਂ ਰੁਪਈਆ ਵੀ ਉਹ ਆਉਣ,
ਉਹ ਸਿੱਧੀ ਇੱਕ ਉਹਨਾਂ ਨੂੰ ਜਾਣਕਾਰੀ ਹੋਵੇ, ਬੱਚਿਆਂ ਨੂੰ ਨਾ ਹੋਵੇ, ਆਪਾਂ ਨਹੀਂ ਕਹਿੰਦੇ ਵੀ ਹੈ, ਉਹ ਸਿੱਧੀ ਆਪਣੀ ਫੀਸ ਭਰਨ ਉੱਥੇ ਡਾਕਟਰ ਬਣ ਜਾਣ, ਆਪਣੀ ਜਿਹੜੀ ਸਪੈਸ਼ਲ ਸੀਟ ਦੇ ਉਹ ਲੈਣ ਤੇ ਡਾਕਟਰ ਬਣ ਜਾਣ। ਇਸ ਕਰਕੇ ਜਦ ਉਹ ਬੱਚੇ ਜਿਹੜੇ ਕਰੋੜਾਂ ਰੁਪਇਆ ਲਾ ਕੇ ਆਉਣਗੇ ਫਿਰ ਉਹ ਸਰਕਾਰੀ ਅਫਸਰਾਂ 'ਚ ਕਿਉਂ ਆਉਣਗੇ? ਤੁਹਾਡੇ ਕੋਲ 30,000 35,000 ਜਾਂ 70,000 ਦੀ ਜਿਹੜੀ ਫਿਕਸ ਤੁਸੀਂ ਨਿਰਧਾਰਤ ਰੇਟ ਕੀਤਾ ਹੋਇਆ ਹੈ ਕਿ ਤੁਹਾਨੂੰ ਇੰਨੀ ਉਹ ਤਨਖਾਹ ਦੇਣੀ ਹੈ, ਕਿਉਂ ਅੱਗੇ ਕੰਮ ਕਰਨਗੇ? ਹਾਂ, ਉਹ ਕਿਉਂ ਗੱਲ ਕਰਨਗੇ? ਫਿਰ ਉਹ ਪ੍ਰਾਈਵੇਟੇਸ਼ਨ ਕੋਲ ਜਾਣਗੇ। ਹੁਣ ਇਹਨਾਂ ਦੇ ਵਿੱਚ ਕਰੋਨਾ ਵਾਇਰਸ ਦੇ ਕਿਵੇਂ ਪ੍ਰਾਈਵੇਟ ਹਸਪੀਟਲਾਂ ਨੇ ਜਿੰਦੇ ਲਾ ਕੇ ਭੱਜੇ, ਕਿਵੇਂ ਹੱਥ ਪਿੱਛੇ ਖਿੱਚੇ, ਇਹ ਆਪਾਂ ਨੂੰ ਸਭ ਨੂੰ ਪਤਾ ਹੈ। ਬਿਲਕੁਲ, ਇਹ ਆਪਾਂ ਵਾਰ-ਵਾਰ ਕਿਉਂਕਿ ਪਹਿਲਾਂ ਵੀ ਇੱਥੇ ਗੱਲਾਂ ਕਰ ਚੁੱਕੇ ਆ, ਲੋਕਾਂ ਨੂੰ ਵੀ ਪਤਾ ਹੈ ਪ੍ਰਾਈਵੇਟੇਸ਼ਨ ਦਾ ਜਿਹੜਾ ਮਹਿਨਾ ਹੈ ਜਾਂ ਜਿਹੜਾ ਵਪਾਰੀ ਆ ਉਹਦਾ ਇੱਕੋ ਇੱਕ ਮਕਸਦ ਹੁੰਦਾ ਹੈ ਵੀ ਉਹਨੇ ਮੁਨਾਫਾ ਕਮਾਉਣਾ ਹੁੰਦਾ ਹੈ। ਮੁਨਾਫਾ ਕਿੱਥੋਂ ਕਮਾਉਣਾ? ਉਹਨੇ ਤੁਹਾਡੀ ਜੇਬ ਚੋਂ ਕੱਢਣਾ ਤੇ ਮੇਰੀ ਜੇਬ ਚੋਂ ਕੱਢਣਾ। ਇਸ ਕਰਕੇ ਸਰਕਾਰਾਂ ਨਾਲ ਤਾਂ ਉਹ ਸਾਰਾ ਕੁਝ ਜਿਹੜਾ ਮਿਲ ਕੇ ਜਿਹੜੀ ਸੈੱਟ ਰੱਖਦਾ, ਮਿਲ ਕੇ ਗੇਮਾਂ ਖੇਡੀਆਂ ਜਾ ਰਹੀਆਂ। ਅਫਸਰਸ਼ਾਹੀ ਜਿਹੜੀ ਮਰਜ਼ੀ ਹੋਵੇ, ਨੌਕਰਸ਼ਾਹ ਜਿਹੜਾ ਮਰਜ਼ੀ ਹੋਵੇ, ਉਹਦੇ ਯਾਰ ਵਪਾਰੀ ਦੇ ਵਿੱਚ ਯਾਰ ਨੌਕਰਸ਼ਾਹ ਜਿਹੜਾ ਉਹਨਾਂ ਦੇ ਵਿੱਚ ਤਾਲਮੇਲ ਬਣਿਆ ਰਹਿੰਦਾ। ਲੁੱਟਾ ਜਿਹੜੀ ਆਮ ਲੋਕਾਂ ਦੀ ਹੁੰਦੀ ਆ। ਇਸ ਕਰਕੇ ਜਿਹੜੇ ਆਮ ਲੋਕ ਆ ਉਹਨਾਂ ਨੂੰ ਆਪਣਾ ਅੰਦਰਲਾ ਆਪਣੇ ਆਪ ਪਰ ਝਾਤੀ ਮਾਰਨ ਦੀ ਜ਼ਰੂਰਤ ਆ। ਆਪਣਾ ਅੰਤਰ ਮਨ ਨਾਲ ਜਿਹੜੀ ਕਿ ਚੇਤਨਾ ਦੇ ਤੌਰ ਨਾਲ ਜਿਹੜੀ ਝਾਤ ਮਾਰ ਕੇ ਖੜਨ ਦੀ ਜ਼ਰੂਰਤ ਆ ਵੀ ਅਸੀਂ ਕਿੱਥੇ ਖੜੇ ਆ ਜਾਂ ਸਾਨੂੰ ਕੀ ਕਰਨਾ ਚਾਹੀਦਾ। ਬਿਲਕੁਲ, ਇਹ ਵੱਡਾ ਸਵਾਲ ਹੈ ਕਿ ਅਸੀਂ ਅਕਸਰ ਕੇਂਦਰ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਕੇਂਦਰ ਸਾਰਾ ਕੁਝ ਨਿੱਜੀਕਰਨ ਕਰਨ ਜਾ ਰਹੀ ਹੈ। ਅੱਜ ਵਾਲੀ ਸਾਰੀ ਚਰਚਾ 'ਚ ਵੀ ਗੱਲ ਨਿਕਲ ਕੇ ਕਿ ਪੰਜਾਬ 'ਚ ਵੀ ਵੱਡੀ ਤਰ੍ਹਾਂ ਨਾਲ ਨਿੱਜੀਕਰਨ ਸੰਸਥਾਵਾਂ ਨੂੰ ਫਾਇਦਾ ਦਿੱਤਾ ਜਾ ਰਿਹਾ, ਚਾਹੇ ਉਹ ਟਰਾਂਸਪੋਰਟ ਦਾ ਮਾਮਲਾ ਹੋਵੇ, ਚਾਹੇ ਉਹ ਬਿਜਲੀ ਵਾਲਾ ਮਾਮਲਾ ਹੋਵੇ, ਚਾਹੇ ਉਹ ਵਪਾਰੀਆਂ ਨੂੰ ਖੇਤਾਂ ਦੇ ਹਵਾਲੇ ਕਰਨ ਵਾਲੇ ਮਾਮਲੇ, ਹੁਣ ਸਾਰੇ ਮਾਮਲੇ, ਚਾਹੇ ਪ੍ਰਾਈਵੇਟ ਸਕੂਲਾਂ ਵਾਲਾ ਮਸਲਾ ਹੋਵੇ, ਇਹਨਾਂ ਸਾਰੇ ਮਸਲਿਆਂ 'ਚੋਂ ਕਿਤੇ ਨਾ ਕਿਤੇ ਨਿਕਲ ਕੇ ਆ ਰਿਹਾ ਕਿ ਪ੍ਰਾਈਵੇਟ ਕੇਂਦਰਾਂ ਨੂੰ, ਪ੍ਰਾਈਵੇਟ ਸੰਸਥਾਵਾਂ ਨੂੰ, ਪ੍ਰਾਈਵੇਟ ਅਦਾਰਿਆਂ ਨੂੰ, ਸਕੂਲ, ਪ੍ਰਾਈਵੇਟ ਹਸਪਤਾਲਾਂ ਨੂੰ, ਤੇ ਇੱਥੋਂ ਤੱਕ ਕਿ ਡਾਕਟਰ ਬਣਨ ਲਈ ਵੀ ਹੁਣ ਵੱਡੇ ਘਰਾਣਿਆਂ ਲਈ ਤੇ ਵੱਡੇ ਪ੍ਰਾਈਵੇਟ ਹਸਪਤਾਲਾਂ ਨੂੰ ਫਾਇਦਾ ਹੁੰਦਾ ਨਜ਼ਰ ਆ ਰਿਹਾ। ਸੋ ਇਸ ਲਈ ਸਾਰੇ ਮਸਲਿਆਂ 'ਚ ਕਿਤੇ ਨਾ ਕਿਤੇ ਦੇਸ਼ ਦਾ ਪ੍ਰਾਈਵੇਟਕਰਨ ਜਿਹੜਾ ਹੋ ਰਿਹਾ ਉਹ ਵੱਡੀ ਚਿੰਤਾ ਦਾ ਵਿਸ਼ਾ ਹੈ। ਸੋ ਤਾਂ ਹੀ ਜੈ ਸਿੰਘ ਛਿਬਰੋਂ ਨੇ ਕਿਹਾ ਕਿ ਆਪਣੇ ਅੰਦਰ ਵੀ ਝਾਤ ਮਾਰੋ ਤੇ ਆਪਣੇ ਹੱਕ ਪਛਾਣੋ ਤੇ ਇਸ ਦੇ ਲਈ ਸਰਕਾਰਾਂ ਨੂੰ ਸਵਾਲ ਕਰਨ ਦੀ ਹਿੰਮਤ ਕਰੋ। ਅਸੀਂ ਜ਼ਰੂਰ ਪਰਤਾਂਗੇ ਇਸੇ ਪ੍ਰੋਗਰਾਮ 'ਚ ਨਵੇਂ ਮਹਿਮਾਨਾਂ ਨਾਲ, ਫਿਰ ਉਠਾਵਾਂਗੇ ਤੁਹਾਡੇ ਹੱਕ ਦੇ ਸਵਾਲ, ਫਿਰ ਕਰਾਂਗੇ ਚਰਚਾ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ।